ਪਰ ਕੰਡ ਗਿਆ ਤਕਦੀਰਾਂ ਨੂੰ, ਦੇਖਣ ਨੂੰ ਜੁੱਤੀਆਂ ਗੰਢਦਾ ਸੀ। ਪਰ ਕੰਡ ਗਿਆ ਤਕਦੀਰਾਂ ਨੂੰ, ਪਰ ਕੰਡ ਗਿਆ ਤਕਦੀਰਾਂ ਨੂੰ, ਪਰ ਬਣ ਕੇ ਬਹਿਣਾ, ਮਧੂਮੱਖੀਆਂ ਵਾਂਗੂ ਇਕੱਠੇ ਰਹਿਣਾ। ਵਿਦਿਆ ਹੁੰਦੀ ਵੱਡਾ ਕਹਿਣਾ, ਵਿਦਿਆ ਹੁੰਦੀ ਵੱਡਾ ਕਹਿਣਾ, ਜਗਾ ਕੇ ਸੁੱਤੀਆਂ ਜ਼ਮੀਰਾਂ ਨੂੰ ਰਵਿਦਾਸ मैं पिछले कट हो जाना, पता नहीं कट हो जाना। डिस्कनेक्ट का तो करता है, मैं नहीं किया डिस्कनेक्ट। अच्छा शुरू कर फिर डिस्कनेक्ट हो जाना है। अच्छा कितनों डिस्कनेक्ट हो गया। चलो बताऊंगा फोन कर देगा 2000 में तो हो चल जाने देना। यानी 2000 में तो मारी गई है। किरत है करनी, गुलामी किसे दी नहीं उचरनी। बेगमपुरे दी हामी भरनी, बेगमपुरे दी हामी भरनी, उड़ती देख चोदे वीरानू रविदास गुरु जी, देखण ਨੂੰ ਜੁੱਤੀਆਂ ਗੰਢਦਾ ਸੀ। ਪਰ ਕੰਡ ਗਿਆ ਤਕਦੀਰਾਂ ਨੂੰ, ਦੇਖਣ ਨੂੰ ਜੁੱਤੀਆਂ ਗੰਢਦਾ ਸੀ। ਪਰ ਕੰਡ ਗਿਆ ਤਕਦੀਰਾਂ ਨੂੰ, ਰਵਿਦਾਸ ਗੁਰੂ ਜੀ, ਧੰਨ 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 ਰਵਿਦਾਸ ਗੁਰੂ ਜੀ, ਧੰਨ 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 ਰਵਿਦਾਸ ਗੁਰੂ। ਰਹਿਮਤ ਸੁਣ ਕੇ ਰਾਣੀ ਚਾਲਾ ਆ ਗਈ, ਮੂੰਹੋਂ ਮੰਗੀਆਂ ਮੁਰਾਦਾਂ ਪਾ ਗਈ, ਮੁਰਾਦਾਂ ਪਾ ਗਈ, ਮੁਰਾਦਾਂ ਪਾ ਗਈ। ਪੱਲੋ ਵਾਲੀਏ ਨੇ ਪੱਲੇ ਪਾ ਲਈ, ਪੱਲੋ ਵਾਲੀਏ ਨੇ ਪੱਲੇ ਪਾ ਲਈ, ਜਿਹੜੀ ਗੱਲ ਸਮਝਾਈ ਵੀਰਾਂ ਨੂੰ ਰਵਿਦਾਸ ਗੁਰੂ ਜੀ, ਦੇਖਣ ਨੂੰ ਜੁੱਤੀਆਂ ਗੰਢਦਾ ਸੀ। ਪਰ ਕੰਡ ਗਿਆ ਤਕਦੀਰਾਂ ਨੂੰ, ਦੇਖਣ ਨੂੰ ਜੁੱਤੀਆਂ ਗੰਢਦਾ ਸੀ। ਪਰ ਕੰਡ ਗਿਆ ਤਕਦੀਰਾਂ ਨੂੰ, ये सारे मतलब हो ਪਰ रहा है ना। ਕੰਡ ਗਿਆ ਤਕਦੀਰਾਂ ਨੂੰ, ਪਰ ਕੰਡ ਗਿਆ ਤਕਦੀਰਾਂ ਨੂੰ। बेगमपुरा शहर को नाओ, तू खंडो नहीं ठहराओ, ना तशवीश खराज ना मान, खौफ ना खजा ना तर्फ जवान। बेगमपुरा the city without sorrow is the name of the town. There is no suffering or no anxiety there. All are equal there. हाँ जी, ਲੈ ਵੇ ਮਿੱਤਰੋ, ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਨਾਲ ਆਪਣੇ ਦਿਲਬਾਗ ਸਿੰਘ ਜੀ ਆ। ਦੋ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ, ਦੋ ਤੋਂ ਵੀ ਤਿੰਨਾਂ ਤੇ। ਇੱਕ ਤਾਂ ਮੌਜੂਦਾ ਜੋ ਸੰਘਰਸ਼ ਚੱਲ ਰਿਹਾ ਮਨੁੱਖੀ ਅਧਿਕਾਰਾਂ ਦਾ, ਜੋ RS ਦੇ ਨਾਲ ਇੱਕ ਬਹੁਤ ਵੱਡੀ ਜੰਗ, ਕਿਸਾਨ ਮਜ਼ਦੂਰ ਅੰਦੋਲਨ, ਉਸ ਸੰਬੰਧ ਵਿੱਚ ਕਰਾਂਗੇ। ਤੇ ਇੱਕ
ਜੋ ਯੂਪੀ ਦੇ ਵਿੱਚ ਘਟਨਾ ਵਾਪਰੀ ਹੈ, ਜਿਹੜਾ ਉਸਨੇ ਮਨੂਵਾਦ ਦਾ ਗੁੰਡਾ ਰਾਜ ਆ, ਸ਼ਰੇਆਮ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਤੇ ਬਾਅਦ ਚ ਉਹਨਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾਂਦਾ। ਜੇ ਕੋਈ ਬੱਚਾ, ਕੋਈ ਲੜਕੀ ਬੋਲਦੀ ਆ ਤੇ ਉਹਦੇ ਮਾਂ ਪਿਓ ਨੂੰ, ਘਰਦਿਆਂ ਨੂੰ ਮਾਰ ਦਿੱਤਾ ਜਾਂਦਾ। ਇੱਕ ਆਪਾਂ ਅੱਜ ਗੱਲਬਾਤ ਕਰਦੇ ਆ, ਜਿਹੜਾ ਇੱਕ 2-4 ਦਿਨ ਤੋਂ ਮਸਲਾ ਭਖਿਆ ਹੋਇਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜੀ ਫੋਟੋ ਆ ਉਹਦੇ ਨਾਲ ਇੱਕ ਜਿਹੜਾ ਰੌਲਾ ਗੋਲਾ ਜਿਹਾ ਪਾਇਆ ਗਿਆ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ। ਇਹ ਕਿਹਾ ਉਹਨਾਂ ਵੱਲੋਂ, ਉਹਨਾਂ ਤੇ ਬਲੇਮ ਲਾਇਆ ਗਿਆ ਕਿ ਉਹਨਾਂ ਨੇ ਮਹਾਰਾਜ ਦੇ ਸਰੂਪ ਨਾਲ ਛੇੜਛਾੜ ਕੀਤੀ ਹੈ। ਉਸ ਸੰਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ। ਹਾਂਜੀ ਦਿਲਬਾਗ ਸਿੰਘ ਜੀ, ਵੈਲਕਮ ਜੀ ਤੁਹਾਡਾ। ਹਾਂਜੀ ਸਰ ਜੀ, ਜੈ ਭੀਮ ਜੀ, ਜੈ ਭਾਰਤ ਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਫਤਿਹ ਜੀ। ਅਸੀਂ ਕੱਲ ਵੀ ਇੱਕ ਪ੍ਰੋਗਰਾਮ ਕੀਤਾ ਸਾਡਾ ਟੀਵੀ USA ਦੇ ਉੱਪਰ। ਹਾਂਜੀ ਹਾਂਜੀ। ਤੇ ਉਹ ਵੀ ਤੁਹਾਨੂੰ ਵੀ ਉਹ ਚ ਕੋਸ਼ਿਸ਼ ਕਰ ਰਹੇ ਸੀਗੇ ਲਿਆਉਣ ਦੀ ਨਾਲ, ਪਰ ਉਹ ਗੱਲ ਬਣ ਨਹੀਂ ਸਕੀ। ਮੇਰਾ ਖਿਆਲ ਕੁਛ ਇੰਟਰਨੈਟ ਦੀ ਪ੍ਰੋਬਲਮ ਹੋਣੀ ਤੁਹਾਡੇ। ਤੇ ਉਹ ਕੱਲ ਵੀ ਸਾਡਾ ਵਿਸ਼ਾ ਇਹੀ ਸੀਗਾ ਵੀ ਜਿਹੜਾ ਰਵਿਦਾਸ ਮਹਾਰਾਜ ਦੇ ਸਰੂਪ ਨੂੰ ਲੈ ਕੇ ਕਿ ਉਹਨਾਂ ਦੀ ਦਸਤਾਰ ਬੰਨ੍ਹ ਦਿੱਤੀ ਗਈ ਹੈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ, ਉਸ ਸੰਬੰਧ ਵਿੱਚ ਗੱਲਬਾਤ ਕਰਨੀ ਹੈ। ਤੁਹਾਡਾ ਦਸਤਾਰ ਬਾਰੇ, ਪੱਗ ਬਾਰੇ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਉਸ ਬਾਰੇ ਕੀ ਵਿਚਾਰ ਕੀ ਆ, ਕੀ ਹਿਸਟੋਰੀਕਲ ਫੈਕਟ ਕੀ ਹੈ ਇਹਦੇ ਪਿੱਛੇ? ਦੇਖੋ, ਸਭ ਤੋਂ ਪਹਿਲਾਂ ਤਾਂ ਨਾ ਜੋ 35 ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਉਹ ਇੱਕ ਨੇ, ਉਹਨਾਂ ਨੇ ਜਾਤ ਛੱਡੀ, ਧਰਮ ਛੱਡਿਆ, ਉਹਨਾਂ ਨੇ ਵਰਨ ਛੱਡਿਆ, ਉਹਨਾਂ ਨੇ ਲੈਂਗੁਏਜ ਬੈਰੀਅਰ ਛੱਡ ਕੇ ਉਹ ਇੱਕ ਹੋ ਕੇ ਬਹਿ ਗਏ ਤੇ ਉਹਨਾਂ ਨੇ ਸਾਡੇ ਫੰਡਾਮੈਂਟਲ ਰਾਈਟ ਲਈ ਸੰਘਰਸ਼ ਕੀਤਾ ਭਾਰਤ ਦੇ ਵਿੱਚ। ਕਿਉਂਕਿ ਭਾਰਤ ਦੇ ਲੋਕਾਂ ਦਾ ਅਨਪੜ੍ਹ ਰਹਿਣਾ ਧਰਮ ਸੀ। ਇਹਨਾਂ 35 ਮਹਾਂਪੁਰਸ਼ਾਂ ਦਾ ਸਦਕਾ ਤੇ ਉਸ ਤੋਂ ਬਾਅਦ ਜੰਗਾਂ ਕੀਤੀਆਂ 10ਵੇਂ ਪਾਤਸ਼ਾਹ ਨੇ, ਸਦਕਾ ਅਸੀਂ ਦਸਤਾਰ, ਕੇਸ, ਦਾੜਾ, ਕਿਰਪਾਨ, ਫੰਡਾਮੈਂਟਲ ਰਾਈਟ, ਐਜੂਕੇਸ਼ਨ, ਇਹ ਸਾਰੇ ਅਸੀਂ ਭਾਰਤ ਵਿੱਚ ਆਏ। ਸਾਰੇ ਭਾਰਤ ਵਿੱਚ ਐਜੂਕੇਸ਼ਨ ਇਹਨਾਂ 35 ਮਹਾਂਪੁਰਸ਼ਾਂ ਦੇ ਸਦਕਾ ਆਈ। ਔਰ ਗੁਰੂ ਸਾਹਿਬਾਨ ਤੋਂ ਪਹਿਲਾਂ ਬਾਬਾ ਨਾਮਦੇਵ ਜੀ ਹੋਏ ਆ, ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਜਿੰਨੇ ਵੀ 35 ਜਾਣੀ ਕਿ ਜਿਨ੍ਹਾਂ ਨੂੰ ਆਮ ਤੌਰ ਤੇ ਮਨੂਵਾਦੀ ਕਹਿ ਸਕਦਾ, ਜਿਨ੍ਹਾਂ ਨੇ ਭਗਤ ਤੇ ਗੁਰੂਆਂ ਦਾ ਪਾੜਾ ਪਾਇਆ, ਉਹ ਭਗਤ ਤੇ ਗੁਰੂ। ਰਾਈਟ। ਇਹ ਦਿਮਾਗ ਦੇ ਵਿੱਚ ਇੱਕ ਕੀੜਾ ਆ ਕਿ 35 ਮਹਾਂਪੁਰਸ਼ਾਂ ਨੂੰ ਇਕੱਠੇ ਨਹੀਂ ਹੋਣ ਦੇਣਾ। ਉਹ ਤਾਂ ਇਕੱਠੇ ਹੋ ਕੇ ਬੈਠੇ। ਰਾਈਟ। ਤੇ ਉਹਨਾਂ ਨੂੰ ਉਹ ਪਹਿਲਾਂ ਆਏ ਆ, ਸਭ ਤੋਂ ਪਹਿਲਾਂ ਸੰਘਰਸ਼ ਉਹਨੇ ਇਹੀ ਕੀਤਾ ਫੰਡਾਮੈਂਟਲ ਰਾਈਟ ਦਾ। ਔਰ ਫੰਡਾਮੈਂਟਲ ਰਾਈਟ ਦਾ ਸੰਘਰਸ਼ ਕੀਤਾ ਤੇ ਤੁਸੀਂ ਦੱਸੋ 35 ਮਹਾਂਪੁਰਸ਼ਾਂ ਦੀ ਕੋਈ ਵੀ ਤਸਵੀਰ ਰੀਅਲ ਨਹੀਂ, ਓਰੀਜਨਲ ਨਹੀਂ ਹੈਗੀ ਤਸਵੀਰ ਕੋਈ ਵੀ। ਤੇ ਅਸੀਂ ਕਲਪਨਾ ਕੀਤੀ ਆ, ਕਲਪਨਾ ਕਰਕੇ 10 ਗੁਰੂਆਂ ਦੀਆਂ ਪਿਕਚਰਾਂ ਹੀ ਦਸਤਾਰਾਂ ਨਾਲ ਬਣਾਤੀਆਂ ਤੇ ਜਿਨ੍ਹਾਂ ਨਾਲ ਨਫ਼ਰਤ ਕੀਤੀ ਤੇ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਵੀ ਮਾਣ ਨਹੀਂ ਦਿੱਤਾ, ਸਤਿਕਾਰ ਨਹੀਂ ਦਿੱਤਾ। ਤੇ ਉਹਨਾਂ ਦੇ ਜਿਹੜੇ ਫਾਲੋਅਰ ਸੀ ਉਹਨਾਂ ਨੂੰ ਤਾਂ ਤੁਸੀਂ ਕਿਹਾ ਕੈਨਮਲ ਕੀ ਸਤਿਕਾਰ ਦੇਣਾ ਸੀ, ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਸੀ। ਜਦੋਂ ਕਿ ਪਹਿਲਾਂ ਸਿੱਖੀ ਦਲਿਤ ਸੀ, ਜਿਹੜੇ ਦਲਿਤ ਸੀ ਨਾ ਉਹ ਸਭ ਤੋਂ ਪਹਿਲਾਂ ਸਿੱਖ ਸੀ, ਉਹਨਾਂ ਸਾਰਿਆਂ ਨੂੰ ਮਜ਼੍ਹਬੀ ਸਿੱਖ ਕਹਿੰਦੇ ਸੀ। ਪਰ ਜਦੋਂ ਜ਼ਮੀਨਾਂ ਤੇ ਕਬਜ਼ੇ ਕਰਾਤੇ ਤਾਂ ਦੂਜੇ ਵੀ ਸਿੱਖੀ ਚ ਆ ਗਏ। ਤੇ ਜਦੋਂ ਦੂਜੇ ਸਿੱਖੀ ਚ ਆਏ ਅਦਰ ਬੈਕਵਰਡ ਕਲਾਸਿਸ ਦੇ ਲੋਕ, ਬ੍ਰਾਹਮਣਾਂ ਦੇ ਨਾਲ ਮਿਲ ਕੇ ਉਹਨਾਂ ਨੇ ਇਹਨਾਂ ਨੂੰ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹ ਲੋਕ ਜਿਹੜੇ ਆ ਉਹਨਾਂ ਦੇ ਅੰਦਰ ਦਿਲ ਦਿਮਾਗ ਦੇ ਵਿੱਚ ਇੱਕ ਕੇਸਾਧਾਰੀ ਬੰਦੇ ਨਾਲ ਤੇ ਇੱਕ ਦਸਤਾਰ ਵਾਲੇ ਬੰਦੇ ਨਾਲ ਨਫ਼ਰਤ ਸ਼ੁਰੂ ਹੋ ਗਈ। ਕਿਉਂਕਿ ਜਿਹੜੀ ਨਫ਼ਰਤ ਕੀਤੀ ਗਈ ਉਹਨਾਂ ਨੂੰ, ਉਹ ਦਸਤਾਰ ਬੰਨ੍ਹ ਕੇ ਤੇ ਕੇਸ ਦਾੜਾ ਰੱਖ ਕੇ ਕੀਤੀ ਗਈ। ਕਿਹਨਾਂ ਵੱਲੋਂ ਕੀਤੀ ਗਈ? ਜਿਨ੍ਹਾਂ ਨੂੰ ਉਹਨਾਂ ਨੇ ਜ਼ਮੀਨਾਂ ਤੇ ਕਬਜ਼ੇ ਕਰਾਏ ਸੀ। ਇਹ ਗੱਲ ਨੋਟ ਕਰ ਲਿਓ। ਉਹਨਾਂ ਨੇ ਕੇਸ ਦਾੜਾ ਰੱਖ ਕੇ, ਪੱਗਾਂ ਬੰਨ੍ਹ ਕੇ ਉਹਨਾਂ ਦੇ ਪਿੰਡਾਂ ਦੇ ਬਾਈਕਾਟ ਕੀਤੇ, ਪਿੰਡਾਂ ਚੋਂ ਬਾਈਕਾਟ ਕੀਤੇ। ਉਹਨਾਂ ਨੂੰ ਦਲਿਤ ਕਿਹਾ, ਛੋਟੀਆਂ ਜਾਤੀਆਂ ਦੇ ਕਿਹਾ, ਬ੍ਰਾਹਮਣਾਂ ਮਗਰ ਲੱਗ ਕੇ ਉਹਨਾਂ ਨੂੰ ਰੋਟੀਆਂ ਉੱਪਰ ਸਿੱਟੀਆਂ, ਅਛੂਤ ਕਿਹਾ। ਤੇ ਰਵਿਦਾਸ ਮਹਾਰਾਜ, ਕਬੀਰ ਮਹਾਰਾਜ, ਬਾਬਾ ਨਾਮਦੇਵ ਜੀ, ਜਿੰਨੇ 15 ਭਗਤ ਸੀ ਉਹਨਾਂ ਨੂੰ ਇਗਨੋਰ ਕੀਤਾ, ਡਟ ਕੇ ਇਗਨੋਰ ਕੀਤਾ। ਕੋਈ ਇਤਿਹਾਸਕ ਸਥਾਨ ਨਹੀਂ ਉਹਨਾਂ ਦੇ ਨਾਂ ਤੇ, ਕੋਈ ਵੀ ਉਹਨਾਂ ਦੇ ਨਾਂ ਤੇ ਨਾ ਸ਼੍ਰੋਮਣੀ ਕਮੇਟੀ ਨੇ ਕੀਤਾ ਤੇ ਨਾ ਜਿਹੜੀ ਕਾਬਜ ਜਮਾਤ ਸੀ
ਜਿਨ੍ਹਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਦਲਿਤਾਂ ਨੇ ਬਣਾਇਆ ਸੀ, ਮਜ਼੍ਹਬੀ ਸਿੱਖਾਂ ਨੇ ਬਣਾਇਆ ਸੀ, ਤੇ ਨਾ ਉਹਨਾਂ ਨੇ ਕੁਛ ਕੀਤਾ। ਹਲੋ, ਹਾਂਜੀ ਹਾਂਜੀ ਚੱਲੀ ਚੱਲੋ। ਸੁਣਦੀ ਹੈ, ਤੇ ਨਾ ਉਹਨਾਂ ਨੇ ਕੁਛ ਕੀਤਾ। ਰਾਈਟ, ਹੁਣ ਤੁਸੀਂ ਦੱਸੋ, ਉਹਨਾਂ ਨੇ ਕਲਪਨਾ ਕੀਤੀ ਰਵਿਦਾਸ ਮਹਾਰਾਜ ਦੀ, ਉਹਨਾਂ ਨੇ ਬਿਨਾਂ ਦਸਤਾਰ ਤੋਂ ਕਲਪਨਾ ਕੀਤੀ ਆਪਣੇ ਮਨ ਦੇ ਵਿੱਚ। ਕਿਉਂ ਕੀਤੀ ਉਹਨਾਂ ਨੇ ਕਲਪਨਾ ਬਿਨਾਂ ਦਸਤਾਰ ਤੋਂ? ਕਿਉਂਕਿ ਦਸਤਾਰ ਵਾਲੇ ਬੰਦਿਆਂ ਨੇ ਤਾਂ ਉਹਨਾਂ ਨੂੰ ਨਫ਼ਰਤ ਕੀਤੀ ਸੀ, ਜਿਨ੍ਹਾਂ ਨੂੰ ਉਹਨਾਂ ਨੇ ਜ਼ਮੀਨਾਂ ਤੇ ਕਬਜ਼ੇ ਕਰਾਏ, ਉਹਨਾਂ ਨੇ ਉਹਨਾਂ ਨਾਲ ਨਫ਼ਰਤ ਕੀਤੀ। ਤੇ ਉਹਨਾਂ ਨੇ ਰਵਿਦਾਸ ਮਹਾਰਾਜ ਦੀ ਫੋਟੋ ਜਿਹੜੀ ਆ ਬਿਨਾਂ ਦਸਤਾਰ ਤੋਂ ਕਲਪਨਾ ਕਰਕੇ ਆਪਣਾ ਕੰਮ ਸ਼ੁਰੂ ਕਰ ਲਿਆ। ਤੇ ਜਿਹੜੇ ਦਸਤਾਰ ਵਾਲੇ ਸੀ ਉਹਨੇ 10 ਗੁਰੂਆਂ ਨਾਲ ਕਲਪਨਾ ਕਰਕੇ ਦਸਤਾਰ ਵਾਲੀ ਫੋਟੋ ਬਣਾਤੀ। ਜਦੋਂ ਕਿ ਦਸਤਾਰ ਵਾਲੀਆਂ ਫੋਟੋ ਤੇ ਬਿਨਾਂ ਦਸਤਾਰ ਵਾਲੀਆਂ ਫੋਟੋ, ਇਹ ਗੁਰੂ ਸਾਹਿਬਾਨ ਦੇ 35 ਮਹਾਂਪੁਰਸ਼ਾਂ ਦੇ ਜੋ ਉਹਨਾਂ ਦਾ ਸੰਘਰਸ਼ ਸੀ ਜਾਂ ਜੋ ਉਹਨਾਂ ਦਾ ਸਿਧਾਂਤ ਸੀ ਉਹਦੇ ਉਲਟ ਹੈ। ਕਿਉਂਕਿ ਉਹ ਮੂਰਤੀ ਪੂਜਾ ਦਾ ਖੰਡਨ ਕਰਦੇ, ਉਹ ਮੂਰਤੀ ਪੂਜਾ ਦਾ ਖੰਡਨ ਕਰਦੇ ਆ, ਤੇ ਰੀਅਲ ਪਿਕਚਰ ਵੀ ਨਹੀਂ ਉਹਨਾਂ ਦੀ ਕਿਸੇ ਦੀ ਵੀ, ਤੇ ਰੀਅਲ ਪਿਕਚਰ ਵੀ ਨਹੀਂ। ਰੀਅਲ ਪਿਕਚਰ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਦੇਖ ਲਓ ਵੀ ਇੱਥੇ ਤੱਕ ਰੌਲਾ ਪੈ ਗਿਆ, ਤੇ ਉਹਨਾਂ ਦੀ ਕੇਸਾਧਾਰੀ ਤੇ ਦਸਤਾਰ ਵਾਲੀ ਤਸਵੀਰ ਬਣਾਤੀ। ਪਰ ਉਹਨਾਂ ਨੇ ਕਲਪਨਾ ਕੀਤੀ ਸੀ ਬਿਨਾਂ ਦਸਤਾਰ ਤੋਂ। ਉਹਨਾਂ ਨੇ ਕਲਪਨਾ ਕਿਉਂ ਕੀਤੀ, ਇਹ ਗੱਲ ਨਹੀਂ ਕੋਈ ਕਰ ਡਿਟੇਲ ਵਿੱਚ ਕਰਦਾ ਕਿ ਉਹਨਾਂ ਨੇ ਬਿਨਾਂ ਦਸਤਾਰ ਤੋਂ ਰਵਿਦਾਸ ਮਹਾਰਾਜ ਦੀ ਪਿਕਚਰ ਕਿਉਂ ਕਲਪਨਾ ਕੀਤੀ। ਕਿਉਂਕਿ ਦਸਤਾਰ ਵਾਲੇ ਲੋਕਾਂ ਨੇ ਉਹਨਾਂ ਨੂੰ ਅਛੂਤ ਬਣਾ ਕੇ ਸੇਵੇ ਲੱਗ, ਗੁਰਦੁਆਰੇ ਲੱਗ, ਉਹਨਾਂ ਨੂੰ ਜਾਣ ਕੇ ਭਗਤ ਸਾਹਿਬਾਨ ਦੇ ਨਾਲ ਵੀ ਵਿਤਕਰਾ ਕੀਤਾ। ਤੇ ਜਦੋਂ ਗੁਰੂ ਕਹਿੰਦੇ ਆ, ਔਰ ਇੱਕ ਗੱਲ ਇੱਥੇ ਮੈਂ ਹੋਰ ਵੀ ਗੱਲ ਕਰਦਾ, ਫਿਰ ਉਹ ਕਹਿੰਦੇ ਉਹਨਾਂ ਨੂੰ ਗੁਰੂ ਨਹੀਂ ਕਹਿਣਾ ਜੀ, ਵਿੱਚ ਤਾਂ ਬਾਣੀ ਦੇ ਭਗਤ ਲਿਖਿਆ, ਆਹ ਗੱਲ ਵੀ ਆਉਂਦੀ ਵਿੱਚ। ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਪਣੇ ਆਪ ਨੂੰ ਨੀਚ ਵੀ ਕਹਿੰਦੇ ਆ, ਦਾਸ ਵੀ ਕਹਿੰਦੇ ਆ, ਤੇ ਉਹਨੇ ਆਪਣੇ ਆਪ ਨੂੰ ਮਹੱਲਾ ਲਿਖਿਆ। ਮਹੱਲਾ ਪਹਿਲਾ, ਮਹੱਲਾ ਦੂਜਾ, ਕੀ ਆਪਾਂ ਮਹੱਲਾ ਕਹਿੰਦੇ ਆ। ਸਿੱਖ ਨੇ ਆਪਣਾ ਰਿਲੇਸ਼ਨ ਬਣਾਉਣਾ ਸੀ ਗੁਰੂ ਦੇ ਨਾਲ। ਕਿੱਦਾਂ ਬਣਾ ਸਕਦਾ ਸੀ ਵੀ ਮੇਰੇ ਗੁਰੂ ਆ, ਭਗਤ ਉਹ ਰੱਬ ਦੇ ਹੋਊਗੇ, ਸਿੱਖਾਂ ਦੇ ਭਗਤ ਥੋੜੋ। ਹੁਣ ਆ ਜਾ ਗੱਲ ਇਸ ਪੁਆਇੰਟ ਤੇ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਜਿਨ੍ਹਾਂ ਨੇ ਬਹੁਤ ਵਧੀਆ ਪ੍ਰਚਾਰ ਕਰਦੇ, ਤੁਹਾਨੂੰ ਪਤਾ ਵੀ ਮੈਂ ਲਾਈਕ ਵੀ ਕਰਦਾ ਉਹਨਾਂ ਨੂੰ, ਹਨਾ, ਤੇ ਮੈਂ ਮਿਲਿਆ ਵੀ ਆ, ਪਰਮੇਸ਼ਰ ਦਵਾਰ ਜਾ ਕੇ ਵੀ ਮਿਲਿਆ, ਆਪਾਂ ਇੱਥੇ ਅਮਰੀਕਾ ਵਿੱਚ ਵੀ ਮਿਲੇ, ਬਹੁਤ ਆਈ ਲਵ ਹਿਮ, ਰਾਈਟ। ਤੇ ਉਹਨਾਂ ਨੇ, ਉਹਨਾਂ ਦੀ ਜਾਣੀ ਕਿ ਜਾਂ ਤਾਂ ਉਹ ਇਹ ਡਿਟੇਲ ਵਿੱਚ ਗੱਲ ਕਰਦੇ ਵੀ ਤੁਸੀਂ ਇਹ ਕਲਪਨਾ ਕਿਉਂ ਕੀਤੀ ਆ ਬਿਨਾਂ ਦਸਤਾਰ ਤੋਂ, ਇਹ ਡਿਟੇਲ ਵਿੱਚ ਗੱਲ ਕਰਦੇ ਕਿ ਕੇਸਾਧਾਰੀ ਲੋਕਾਂ ਨੇ ਨਫ਼ਰਤ ਕੀਤੀ, ਰਾਈਟ। ਉਹ ਇੱਧਰ ਨੂੰ ਨਹੀਂ ਗਏ, ਉਹਨਾਂ ਨੇ ਸਿੱਧਾ ਹੀ ਪਿਕਚਰ ਰਵਿਦਾਸ ਮਹਾਰਾਜ ਦੀ ਦਸਤਾਰ ਵਾਲੀ ਬਣਾ ਕੇ ਤੇ ਉਹਨਾਂ ਨੂੰ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਵੀ ਤੁਸੀਂ ਮਾਲਾ ਤੇ ਅਟੈਕ ਨਹੀਂ ਕਰਦੇ, ਵੀ ਮਾਲਾ ਤਾਂ ਰਵਿਦਾਸ ਮਹਾਰਾਜ ਦਾ ਕਨਸੈਪਟ ਇਹ ਨਹੀਂ, ਤਿਲਕ ਕਨਸੈਪਟ ਇਹ ਨਹੀਂ, ਤੁਸੀਂ ਪੱਗ ਕਿਉਂ ਮਾੜੀ ਲੱਗਦੀ। ਆਪਾਂ ਸਿੱਧਾ ਹੀ ਜਿਨ੍ਹਾਂ ਲੋਕਾਂ ਨੂੰ ਆਪਾਂ ਨਫ਼ਰਤ ਕੀਤੀ, ਦੱਬੇ ਕੁਚਲੇ ਕਿਹਾ, ਤੇ ਸੇਵੇ ਜਿਨ੍ਹਾਂ ਨੂੰ ਅਲੱਗ ਬਣਾਏ, ਗੁਰਦੁਆਰੇ ਜਿਨ੍ਹਾਂ ਨੂੰ ਅਲੱਗ ਬਣਾ ਲਿਆ, ਨਫ਼ਰਤ ਡਟ ਕੇ ਕੀਤੀ, ਉਹਨਾਂ ਦੀ ਆਪਾਂ ਆਲੋਚਨਾ ਫੇਰ ਕਰਨ ਲੱਗ ਪਏ, ਉਹਨਾਂ ਦੀ ਆਪਾਂ ਆਲੋਚਨਾ ਫੇਰ ਕਰਨ ਲੱਗ ਪਏ। ਤਾਂ ਫਿਰ ਉਹਨਾਂ ਨੇ ਤਾਂ ਜਿਹੜੀ ਕਲਪਨਾ ਕੀਤੀ ਉਹਨੇ ਤਾਂ ਉੱਥੇ ਖੜਨਾ ਨਾ। ਆਪਾਂ ਨਫ਼ਰਤ ਤਾਂ ਭੁੱਲ ਗਏ ਸੀ, ਉਹਨਾਂ ਨੂੰ ਕੀਤੀ ਸੀ, ਪਰ ਉਹਨਾਂ ਨੇ ਜਿਹੜੀ ਕਲਪਨਾ ਕੀਤੀ ਤਾਂ ਉਹਨੂੰ ਤਾਂ ਉੱਥੇ ਖੜਨਾ। ਹੁਣ ਨਾ ਤਾਂ ਉਹ ਰੀਅਲ ਪਿਕਚਰ ਹੈ ਤੇ ਨਾ ਉਹ ਦਸਤਾਰ ਨੂੰ ਨਫ਼ਰਤ ਕਰਦੇ ਆ। ਪਰ ਉਹ ਰਵਿਦਾਸ ਮਹਾਰਾਜ ਦੀ ਦਸਤਾਰ ਕਿਉਂ ਨਹੀਂ ਬੰਨਣੀ ਚਾਹੁੰਦੇ? ਕਿਉਂਕਿ ਤੁਸੀਂ ਬੰਨੀ ਨਹੀਂ, ਤੁਸੀਂ ਗੁਰੂਆਂ ਦੇ ਬੰਨੀ ਆ। ਤੁਸੀਂ ਹੁਣ ਕਹਿੰਦਾ, ਤੁਸੀਂ ਦਾ ਮਤਲਬ ਇਹ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਪਰ ਦੂਜਿਆਂ ਨੂੰ ਦਲਿਤ ਕਹਿੰਦੇ ਆ ਤੇ ਭਗਤ ਸਾਹਿਬਾਨ ਨੂੰ ਕਹਿੰਦੇ ਭਗਤੇ ਕਹਿਣਾ, ਗੁਰੂ ਨਹੀਂ ਕਹਿਣਾ, ਮੈਂ ਉਹਨਾਂ ਦੀ ਗੱਲ ਕਰਦਾ। ਹੁਣ ਤੁਸੀਂ ਦੇਖੋ ਵਿਰੋਧਤਾ ਕਿਉਂ ਹੋਈ। ਆਪਾਂ ਤੁਸੀਂ ਤੇ ਆਪਾਂ ਇਕੱਠੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਮਿਲੇ, ਆਪਾਂ ਹਨਾ, ਮਿਲ ਕੇ ਆਪਾਂ ਉਹ ਬੁੱਕ ਦਿੱਤੀ, ਸਰਬਜੀਤ ਸਿੰਘ ਧੁੰਦਾ ਜੀ ਨੂੰ ਵੀ ਆਪਾਂ ਬੁੱਕ ਦਿੱਤੀ, ਜਿਹਦੇ ਵਿੱਚ ਕੀ ਲਿਖਿਆ ਸੀ ਸਰਜੀਤ ਸਿੰਘ ਨਨੂਏ ਨੇ ਵੀ ਭਗਤ ਸਾਹਿਬਾਨ ਦੀ ਬਾਣੀ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਨਹੀਂ ਹੋ ਸਕਦੀ, ਲਿਖੀ ਸੀ ਨਾ ਗੱਲ। ਕਿਉਂਕਿ ਗੁਰੂ ਸਾਹਿਬਾਨ ਦੀ ਬਾਣੀ ਤਾਂ ਧੁਰ ਕੀ ਬਾਣੀ ਹੈ, ਪਰ ਭਗਤ ਸਾਹਿਬਾਨ ਕੀ ਬਾਣੀ ਧੁਰ ਕੀ ਬਾਣੀ ਨਹੀਂ, ਉਹਦੇ ਵਿੱਚੋਂ ਹਿੰਦੂ ਧਰਮ ਦੀ ਬੋ ਆਉਂਦੀ ਆ। ਆਹ ਗੱਲ ਕੀ ਸੀ। ਆਪਾਂ ਮੈਰਿਜ ਵੱਲ ਗੁਰੂ ਘਰ ਉਹ ਤੋਂ ਮਾਫੀ ਮੰਗਾਈ ਕਿ ਨਹੀਂ, ਉਹ ਕਹਿੰਦਾ ਮੈਂ ਕੱਟ ਕੇ ਲਿਖੂੰਗਾ, ਤੇ ਉਹਨੇ ਗੁਰਦੁਆਰਿਆਂ ਵਿੱਚ ਵੰਡੀ, ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਉਹ ਕਿਤਾਬ ਸਾਰਿਆਂ ਨੂੰ ਦਿੱਤੀ, ਉਹਦਾ ਇੱਜ਼ਤ ਮਾਣ ਕੀਤਾ ਗੁਰਦੁਆਰਿਆਂ ਵਿੱਚ। ਤੇ ਫਿਰ ਆਪਾਂ ਗੁਰਦੁਆਰਿਆਂ ਮੈਨੂੰ ਵੀ ਆਪਣੀ ਸੁਣੀ ਵੀ ਇਹ ਵਿਤਕਰਾ ਕਰ ਰਿਹਾ, ਸ਼ਰੇਆਮ ਲਿਖ ਕੇ ਕਰ ਰਿਹਾ। ਫਿਰ ਆਪਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਦੱਸਿਆ ਵੀ ਆਹ ਕੀ ਲਿਖਿਆ, ਇਹਦੇ ਬਾਰੇ ਬੋਲੋ। ਉਹਨਾਂ ਨੇ ਬੋਲਿਆ ਨਹੀਂ। ਉਹਨਾਂ ਨੂੰ ਸ਼ਰੇਆਮ ਬੋਲਣਾ ਚਾਹੀਦਾ ਸੀ, ਬਸ ਸਰਜੀਤ ਸਿੰਘ ਨਨੂਆ ਇਹਨੂੰ ਅਕਾਲ ਤਖਤ ਤੇ ਸੱਦੋ ਵੀ ਦੱਸੋ ਰਵਿਦਾਸ ਮਹਾਰਾਜ ਦੀ ਬਾਣੀ, ਕਬੀਰ ਮਹਾਰਾਜ ਦੀ ਬਾਣੀ
ਇਹ ਕਿਉਂ ਨਹੀਂ ਹੈਗੀ ਗੁਰੂ ਸਾਹਿਬਾਨ ਬਾਣੀ ਦੇ ਤੌਰ, ਜਦੋਂ ਕਿ 67% ਬਾਣੀ ਭਗਤ ਸਾਹਿਬਾਨ ਦੀ ਆ। ਨਾ ਤਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਗੱਲ ਉਜਾਗਰ ਕੀਤੀ ਤੇ ਨਾ ਸਰਬਜੀਤ ਸਿੰਘ ਧੁੰਦਾ ਨੇ। ਹੁਣ ਜਿਹੜੇ ਪ੍ਰਚਾਰਕ ਆ, ਨਾ ਤਾਂ ਉਹਨਾਂ ਦਾ ਕੰਮ ਸੀ ਕਿ ਲੋਕਾਂ ਨੂੰ ਸੱਚਾਈ ਦੱਸਣਾ, ਜਿੰਨੇ ਵੀ ਪ੍ਰਚਾਰਕ ਆ ਉਹਨਾਂ ਦਾ ਸਿਰਫ ਸੰਬੰਧ ਇਦਾਂ ਨਹੀਂ ਸੀ ਕਿ ਪੰਜਾਬ 'ਚ ਹੀ ਦੱਸਣਾ, ਹਰਿਆਣੇ 'ਚ ਵੀ ਜਾਣਾ, ਯੂਪੀ 'ਚ ਵੀ ਜਾਣਾ, ਜਿੱਥੇ ਕੁੜੀਆਂ ਨਾਲ ਬਲਾਤਕਾਰ ਹੁੰਦੇ ਆ, ਜਿੱਥੇ ਕੇਸ ਦਾੜਾ ਨਹੀਂ ਰੱਖਣ ਦਿੱਤਾ ਜਾਂਦਾ, ਜਿੱਥੇ ਕਿਸੇ ਨੂੰ ਸ਼ੂਦਰ ਕਿਹਾ ਜਾਂਦਾ, ਅਛੂਤ ਕਿਹਾ ਜਾਂਦਾ, ਉੱਥੇ ਉਹਨਾਂ ਦਾ ਫਰਜ਼ ਬਣਦਾ ਸੀ। ਤੇ ਪ੍ਰਚਾਰਕਾਂ ਨੇ ਜਿੱਥੋਂ ਪੈਸਾ ਮਿਲਿਆ ਉੱਥੇ ਪ੍ਰਚਾਰ ਕੀਤਾ। ਅਮਰੀਕਾ ਕੈਨੇਡਾ ਨੂੰ ਆ ਗਏ, ਆਪਾਂ ਤਾਂ ਆਲਰੇਡੀ ਖਾਲਿਸਤਾਨ ਵਿੱਚ ਰਹਿੰਦੇ, ਬੇਗਮਪੁਰਾ ਖਾਲਸਾ ਰਾਜ ਹੋ, ਜਿੰਨੇ ਕ੍ਰਿਸਚੀਅਨ ਕੰਟਰੀ ਆ ਤਾਂ ਬੇਗਮਪੁਰਾ ਖਾਲਸਾ ਰਾਜ ਹੋ, ਇੱਥੇ ਆਉਣ ਦੀ ਤਾਂ ਲੋੜ ਹੀ ਨਹੀਂ ਕਿਸੇ ਨੂੰ, ਇੱਥੇ ਤਾਂ ਕੋਈ ਜਾਤ ਪਾਤ ਕਰੇ ਨਹੀਂ ਸਕਦਾ ਕਿਸੇ ਨੂੰ, ਇੱਥੇ ਤਾਂ ਬਰਾਬਰਤਾ ਹੈ। ਪਰ ਜਿੱਥੇ ਲੋੜ ਸੀ ਬਰਾਬਰਤਾ ਲੈ ਕੇ ਆਉਣ ਦੀ ਉੱਥੇ ਕੋਈ ਗਿਆ ਨਹੀਂ, ਉੱਥੇ ਨਹੀਂ ਕੋਈ ਗਿਆ। ਤੇ ਨਾ ਉਹ ਜਿਹੜੀ ਆਪਾਂ ਕਿਤਾਬ ਦਿੱਤੀ ਤਾਂ ਨਾ ਉਹਦੇ ਬਾਰੇ ਕਲੈਰਿਟੀ ਦਿੱਤੀ ਵੀ ਰਵਿਦਾਸ ਮਹਾਰਾਜ ਦੀ ਬਾਣੀ ਕਿਉਂ ਨਹੀਂ ਤੋਲ ਹੈਗੀ, ਦੱਸੋ। ਤੇ ਕਿਤਾਬ ਵੀ ਗੁਰਦੁਆਰਾ ਕੈਨੇਡਾ ਸਾਰੇ ਵੰਡੀ ਗਈ। ਤੇ ਜਦੋਂ ਤਾਂ ਕੋਈ ਵਿਤਕਰੇ ਦੀ ਗੱਲ ਆਉਂਦੀ ਆ, ਸੋ ਕਾਲਡ ਦਲਿਤਾਂ ਨੂੰ, ਮੈਂ ਦਲਿਤ ਨਹੀਂ ਕਹਿੰਦਾ, ਮੈਂ SC ST ਕਹਿੰਦਾ, ਉਹ ਭਾਰਤੀ ਮਾਰਸ਼ਲ ਕੌਮ ਆ, ਬਾਰ-ਬਾਰ ਕਹਿ ਚੁੱਕਾ, ਮਾਰਸ਼ਲ ਕੌਮ ਆ। ਬ੍ਰਾਹਮਣ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਇਹਨਾਂ ਤੋਂ ਖਤਰਾ, ਬ੍ਰਾਹਮਣ ਕਹਿੰਦਾ ਉਹ ਅਤ ਨੀਚ ਆ, ਤੇ ਜਿਹੜੇ ਸ਼ੂਦਰ ਆ ਉਹ ਵੀ ਉਹਨਾਂ ਨੂੰ ਅਤ ਨੀਚ ਕਹਿਣ ਲੱਗਿਆ, ਆਪਾਂ ਇੱਧਰ ਨੂੰ ਨਹੀਂ ਜਾਣਾ। ਸੁਣੋ ਗੱਲ, ਮੇਰੀ ਗੱਲ ਸੁਣੋ। ਹੁਣ ਆਪਾਂ ਉਹ ਬਹੁਤ ਵਾਰੀ ਆਪਾਂ ਇਹ ਇਤਿਹਾਸ, ਮੈਂ ਦੱਸਦਾ, ਮੈਂ ਇਹ ਗੱਲ ਕਰਨਾ ਚਾਹੁੰਦਾ ਵੀ ਦੇਖੋ, ਉਹ ਜਿਹੜੀ ਗੱਲ ਸੀ ਰਵਿਦਾਸ ਮਹਾਰਾਜ ਦੀ ਗੱਲ ਕਲੀਅਰ ਨਹੀਂ ਕੀਤੀ ਵੀ ਉਹ ਬੰਦੇ ਨੇ ਕਿਤਾਬ ਗਲਤ ਲਿਖੀ। ਫਿਰ ਪਿੰਡਾਂ 'ਚ ਵਿਤਕਰੇ ਹੁੰਦੇ ਆ, ਬਾਈਕਾਟ ਹੁੰਦੇ ਆ, ਕੋਈ ਧਾਰਮਿਕ ਬੰਦਾ ਨਹੀਂ ਜਾਂਦਾ ਉੱਥੇ। ਦੇਖੋ ਆਪਾਂ ਜਿਹੜਾ ਐਨਾਲਿਸਿਸ ਕਰ ਰਹੇ ਹਾਂ, ਹਾਂਜੀ, ਐਨਾਲਿਸਿਸ ਹੁਣ ਮੇਰੇ ਵੀਰ ਕਾਫੀ ਨਾਲ ਜੁੜ ਗਏ ਆ। ਗੁਰਪ੍ਰੀਤ ਸਿੰਘ ਬਹੁਤ ਵਧੀਆ, ਇਹ ਵੀ ਅੱਡੇ ਵੀਰ ਦੇ ਵਿਚਾਰ ਹੁੰਦੇ ਆ, ਔਰ ਵਧੀਆ ਨਿਊਟਰਲ ਗੱਲ ਔਰ ਸਾਰੇ ਸਮਾਜ ਨੂੰ ਜੋੜਨ ਵਾਲੀ ਗੱਲ ਆਪਣਾ ਵੀਰ ਕਰਦਾ। ਬਾਕੀ ਬਹੁਤ ਕਾਫੀ ਆਪਣੇ ਮਿੱਤਰ ਨਾਲ ਜੁੜੇ ਹੋਏ ਆ, ਹੁਣ ਸਾਰਿਆਂ ਦੇ ਨਾਮ ਮੈਂ ਪੜ੍ਹ ਨਹੀਂ ਸਕਦਾ। ਆਪਾਂ ਜਿਹੜਾ ਮਿੱਤਰੋ ਐਨਾਲਿਸਿਸ ਇਹ ਕਰ ਰਹੇ ਹਾਂ ਕਿ ਜਿਹੜਾ ਅੱਜ ਦਸਤਾਰ ਦਾ, ਕਿ ਰਵਿਦਾਸ ਮਹਾਰਾਜ ਦੇ ਦਸਤਾਰ ਭਾਈ ਰਣਜੀਤ ਸਿੰਘ ਨੇ ਬੰਨ ਕੇ ਫੋਟੋ ਪਾਤੀ, ਠੀਕ ਨਹੀਂ, ਦਿਲਬਾਗ ਸਿੰਘ ਦੱਸਿਆ ਫੋਟੋ ਭਾਵੇਂ ਕਾਲਪਨਿਕ ਆ, ਹਨਾ, ਹੈਗੀਆਂ ਤਾਂ ਕਾਲਪਨਿਕ, ਸਾਰੀਆਂ ਕਾਲਪਨਿਕ। ਵੈਸੇ ਜੇ ਕਾਲਪਨਿਕ ਵੀ ਹੋਣ ਜਾਂ ਅਸਲੀ ਵੀ ਹੋਣ, ਵੈਸੇ ਤਾਂ ਸਿੱਖ ਧਰਮ ਦੇ ਵਿੱਚ ਫੋਟੋਆਂ ਦਾ ਕਨਸੈਪਟ ਹੈ ਨਹੀਂ, ਬਿਲਕੁਲ ਗਲਤ ਹੈ। ਪਰ ਜੇ ਆਪਾਂ ਇਹ ਗੱਲ ਦੇਖੀਏ ਫੋਟੋ ਨੂੰ ਅਸੀਂ ਬੰਦ ਕਰ ਦਿਆਂਗੇ, ਪਰ ਇਹ ਬੰਦ ਨਹੀਂ ਹੋਣੀ, ਇਹ ਇੱਕ ਫੋਟੋ ਯੁੱਗ ਚੱਲ ਰਿਹਾ। ਦੂਜੀ ਗੱਲ ਇਹਦਾ ਕਾਰਨ ਇੱਕ ਇਹ ਵੀ ਹੈ, ਜਿੱਥੋਂ ਹੁਕਮਨਾਮੇ ਜਾਰੀ ਹੋਣੇ ਆ ਕਿ ਫੋਟੋਆਂ ਬੰਦ ਹੋ ਜਾਣ, ਮੂਰਤੀਆਂ ਬੰਦ ਹੋ ਜਾਣ, ਅਕਾਲ ਤਖਤ ਸਾਹਿਬ, ਹਨਾ, ਉਹਦੇ ਜਿੰਨੀ ਵੀ ਮੈਨੇਜਮੈਂਟ ਆ, ਸ਼੍ਰੋਮਣੀ ਕਮੇਟੀ ਆ ਜਾਂ ਹੋਰ, ਤਕਰੀਬਨ 80% ਉਹਨਾਂ ਲੋਕਾਂ ਦਾ ਹੀ ਫੋਟੋ ਦਾ ਬਿਜ਼ਨਸ ਚੱਲ ਰਿਹਾ, ਤਸਵੀਰਾਂ ਦਾ ਜਾਂ ਕਿਤਾਬਾਂ ਛਾਪ ਜਾ ਕੇ ਫੋਟੋਆਂ ਜਿਹੜੀਆਂ ਦੇ ਰਹੇ ਨੇ, ਹਨਾ। 80% ਬਿਜ਼ਨਸ, ਕਿ ਮਿਲੀਅਨ ਟ੍ਰਿਲੀਅਨ ਦਾ ਬਿਜ਼ਨਸ ਹੋਣਾ ਉਹਨਾਂ ਦਾ, ਸਾਰੇ ਵਰਲਡ ਨੂੰ ਸਪਲਾਈ ਕਰਦੇ ਆ। ਉੱਥੇ ਵੀ ਹਰਮੰਦਰ ਸਾਹਿਬ ਦੀ ਆਲੇ ਦੁਆਲੇ ਜੂਝ ਦੇ ਵਿੱਚ ਫੋਟੋਆਂ ਦੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਆ, ਸਾਰੇ ਪੰਜਾਬ, ਸਾਰੇ ਵਰਲਡ ਦੇ ਵਿੱਚ। ਇਹ ਇੰਪੋਸੀਬਲ ਮੈਨੂੰ ਲੱਗਦਾ, ਕਿਉਂਕਿ ਜੇ ਕਰਨਾ ਹੁੰਦਾ ਹੁਣ ਲੋਕ ਕਰ ਸਕਦੇ, ਰਾਈਟ। ਪਰ ਚਲੋ ਫੋਟੋ ਨੂੰ ਜੇ ਅਸੀਂ ਇਹ ਵੀ ਲੈ ਲਈਏ, ਜ਼ਰੂਰੀ ਨਹੀਂ ਬਈ ਫੋਟੋ ਕਾਲਪਨਿਕ ਹੀ ਆ। ਫੋਟੋ ਜਿਹੜੇ ਚਿੱਤਰਕਾਰ ਹੁੰਦੇ ਆ ਉਹ ਕੈਮਰੇ ਨਾਲੋਂ ਵੀ ਵੱਧ ਵਧੀਆ ਫੋਟੋ ਬਣਾ ਜਾਂਦੇ ਆ, ਜਦੋਂ ਜਿਹਦੀ ਇੱਕ ਵਾਰ ਸ਼ਕਲ ਦੇਖ ਲੈਣ। ਪਰ ਹੁੰਦੀ ਤਾਂ ਕਾਲਪਨਿਕ ਹੀ ਆ, ਹੁੰਦੀ ਤਾਂ ਕਾਲਪਨਿਕ ਜਾਂਦੇ ਹੈ ਬਈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੀ ਪਰਸਨੈਲਿਟੀ ਕੀ ਆ। ਜਿਹੜਾ ਅਸਲੀ ਚਿੱਤਰਕਾਰ ਆ, ਜਿਹਦੇ ਮਨ 'ਚ ਸ਼ੈਤਾਨੀ ਨਹੀਂ ਹੈਗੀ, ਮੈਂ ਮਨੂਵਾਦੀ ਚਿੱਤਰਕਾਰਾਂ ਦੀ ਨਹੀਂ ਗੱਲ ਕਰਦਾ, ਜਿਹੜੇ ਚਿੱਤਰਕਾਰ ਬੰਦੇ ਦੀ ਪਰਸਨੈਲਿਟੀ ਵੇਖ ਕੇ ਫੋਟੋ ਬਣਾਉਂਦੇ ਆ ਵੀ ਉਹ ਕਿਹੋ ਜਿਹਾ ਕੰਮ ਕਰਦਾ ਸੀਗਾ, ਉਹਦੀ ਇੱਕ ਵਾਰ ਸ਼ਕਲ ਦੇਖ ਲਈ। ਜਿਵੇਂ ਕਿ ਮੈਂ ਤੁਹਾਨੂੰ ਉਦਾਹਰਨ ਦਿੰਦਾ, ਸ਼ਾਹਜਹਾਨ ਦੇ ਸਮੇਂ ਦੇ ਵਿੱਚ ਦਾਰਾ ਸ਼ਕੋ ਸਤਿਗੁਰੂ ਰਵਿਦਾਸ ਮਹਾਰਾਜ, ਕਬੀਰ ਸਾਹਿਬ ਹੋਣਾ, ਜਾਨੀ ਕਿ ਜਿੰਨੇ ਵੀ ਮਹਾਂਪੁਰਸ਼ ਸੀ ਉਹਨਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ, ਤੇ ਉਹਨੇ ਚਿੱਤਰਕਾਰੀ ਬਣਵਾਈ। ਉਹ ਆਪਾਂ ਸ਼ੇਅਰ ਵੀ ਕੀਤੀ ਸੀ ਫੇਸਬੁੱਕ ਤੇ। ਉਹ ਚਿੱਤਰਕਾਰੀ ਦੇ ਵਿੱਚ ਬਾਬਾ ਕਬੀਰ ਸਾਹਿਬ ਤੇ ਬਾਬਾ ਰਵਿਦਾਸ ਮਹਾਰਾਜ ਦੀਆਂ ਜਿਹੜੀਆਂ ਫੋਟੋਆਂ ਆ ਕਿਰਤ ਕਰਦਿਆਂ ਦੀਆਂ ਆ, ਔਰ ਉਹਨਾਂ ਦੇ ਉੱਪਰ ਸਿਰਾਂ ਦੇ ਉੱਪਰ ਪੱਗ ਬੰਨੀ ਹੋਈ ਹੈ, ਠੀਕ ਨੇ। ਦੂਜੀ ਗੱਲ, ਜਿਹੜੀ ਪੱਗ ਦੀ ਗੱਲ ਹੈ, ਗੁਰਬਾਣੀ ਦੇ ਵਿੱਚ ਮਹਾਰਾਜ ਨੇ ਖੁਦ ਜ਼ਿਕਰ ਕੀਤਾ। ਦੇਖੋ ਜਿਹੜੀ ਇੰਦਰ ਜੀ, ਇੱਕ ਮਿੰਟ ਰੁਕਿਓ, ਜਿਹੜੀ ਦਸਤਾਰ ਆ ਇਹ ਜੰਗਲ ਤੋਂ ਆਈ ਆ,
ਇਹਦੇ ਬਾਰੇ ਤਾਂ ਆਪਾਂ ਮੁਨਕਰ ਹੋਏ ਨਹੀਂ ਸਕਦੇ ਵੀ ਦਸਤਾਰ ਨਾ ਹੋਊਗੀ ਉਹਨਾਂ ਦੇ। ਮੈਂ ਦੱਸਦਾ, ਆਪਾਂ ਲੰਬਾ ਨਹੀਂ ਜਾਣਾ, ਆਪਾਂ ਸ਼ਾਰਟਕਟ ਲੈਣਾ। ਗੁਰਬਾਣੀ ਦੇ ਵਿੱਚ ਉਹਨਾਂ ਦੇ ਪ੍ਰੂਫ ਕਿ ਉਹ ਪੱਗ ਬੰਨ੍ਹਦੇ ਸੀ। ਸਭ ਤੋਂ ਵੱਡੀ ਗੱਲ ਜਿਹੜੀ ਅਹਿਮ ਗੱਲ ਆ ਕਿ ਹਜ਼ਾਰਾਂ ਸਾਲਾਂ ਤੋਂ ਭਾਰਤ ਦੇਸ਼ ਦੇ ਲੋਕਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਸੀਗੇ, ਦਸਤਾਰ ਬੰਨਣੀ, ਖੁੱਲੇ ਦਾੜੇ ਰੱਖਣੇ, ਮੁਸ਼ਹਿਰੇ ਸਜਾਉਣੇ, ਸਾਰੀ ਸੁੰਦਰ ਦੁਨੀਆ ਸੋਹਣੇ ਸਾਰੀ ਦੁਨੀਆ ਸ਼ਾਨੋ ਸ਼ੌਕ ਦੇ ਨਾਲ ਰਹਿਣਾ, ਇਹ ਸਾਰੇ ਜਿਹੜੇ ਹੱਕ ਬ੍ਰਾਹਮਣ ਨੇ ਸ਼ੂਦਰਾਂ ਤੋਂ ਖੋਹ ਲਗਾ, ਮੂਲਵਾਸੀ ਲੋਕਾਂ ਤੋਂ ਖੋਹ ਲਿਆ ਤੇ ਸ਼ੂਦਰ ਬਣਾਤਾ, ਗੁਲਾਮ ਬਣਾ ਲਿਆ। ਬਿਲਕੁਲ। ਬੁੱਧ ਨੇ ਕੋਸ਼ਿਸ਼ ਕੀਤੀ, ਗੱਲ ਨਹੀਂ ਬਣੀ। ਥੋੜਾ ਚਲੋ 1200 ਸਾਲਾਂ ਚ ਕਰ ਉਹਦਾ ਉਹਨੂੰ ਵਧੀਆ ਮੇਟ ਕਰ ਦਿੱਤਾ। ਹਾਂਜੀ ਹਾਂਜੀ ਹਾਂਜੀ। ਉਦੋਂ ਭਗਤੀ ਲਹਿਰ ਚੱਲਦੀ ਹੈ, ਜਿਹੜਾ ਇੱਕ ਇਨਕਲਾਬ ਸਿੱਖ ਕ੍ਰਾਂਤੀ, ਜੋ ਸਿੱਖ ਧਰਮ ਦਾ ਇੱਕ ਬੇਸ ਆ, ਮੋਢੀ ਆ ਸਿੱਖ ਧਰਮ ਭਗਤ ਸਾਹਿਬਾਨ ਸੂਫੀ ਲਹਿਰ ਚੱਲੀ ਆ। ਭਗਤ ਸਾਹਿਬਾਨਾਂ ਨੇ ਸਾਨੂੰ ਉਹ ਜਿਹੜੇ ਸਾਡੇ ਖੁੱਸੇ ਹੋਏ ਅਧਿਕਾਰ, ਸਾਡੇ ਦਸਤਾਰ ਬੰਨਣ ਦੇ, ਪੱਗ ਬੰਨਣ ਦੇ, ਉਹ ਅਧਿਕਾਰ ਲੈ ਕੇ ਦਿੱਤੇ। ਰਾਈਟ। ਬਿਲਕੁਲ ਬਿਲਕੁਲ। ਔਰ ਉਹਨਾਂ ਨੇ ਖੁਦ ਵੀ ਉਸ ਜਾਮੇ ਦੇ ਵਿੱਚ ਰਹੇ। ਠੀਕ ਨਹੀਂ। ਆਪਾਂ ਆਪਣਾ ਮੇਨ ਵਿਸ਼ਾ ਇਹ ਆ ਵੀ ਜਦੋਂ ਗੁਰੂ ਸਾਹਿਬ ਨੇ ਸਾਨੂੰ ਉਹ ਅਧਿਕਾਰ ਲੈ ਕੇ ਦਿੱਤੇ ਆ, ਅੱਜ ਚਾਹੇ ਅਸੀਂ ਕਿਸੇ ਗੁੱਸੇ ਦੇ ਵਿੱਚ ਆਣ ਕੇ ਬੇਸਾਨਾ ਨਫ਼ਰਤ ਕੀਤੀ ਗਈ ਆ, ਅਸੀਂ ਹੁਣ ਆਪਣੇ ਗੁਰੂ ਦੇ ਸਿਰ ਤੋਂ ਪੱਗ ਲਾ ਦੇਣੀ ਆ, ਇਹ ਇੱਕ ਬਹੁਤ ਛੋਟੀ ਸੋਚ ਵਾਲੀ ਗੱਲ ਹੈ। 100 ਦੇਖੋ, ਗੁਰੂ ਕੱਲਾ ਉਹਨਾਂ ਦਾ ਥੋੜੋ ਹੋਵੇ, ਜਿਹੜੇ ਕਹਿੰਦੇ ਪੱਗ ਨਹੀਂ ਚਾਹੀਦੀ, ਗੁਰੂ ਉਹਨਾਂ ਦਾ ਥੋੜੋ। ਦੇਖੋ, ਮੈਂ ਆਪਾਂ ਜਿਹੜਾ ਐਨਾਲਿਸਿਸ ਕੀਤਾ ਹੁਣ ਤੱਕ ਦਾ ਇਤਿਹਾਸ ਇੱਕ ਫੋਕ ਕੇ ਬੋਲਿਆ, ਇਹ ਗੱਲ ਵੀ ਦੱਸੀ ਕਿ 6000 ਜੱਟਾਂ ਤੋਂ ਲੈ ਕੇ ਟੱਪਰੀ ਬਸਾਂ ਤੱਕ ਦੇ ਲੋਕ ਸ਼ੂਦਰ ਆ। ਬਿਲਕੁਲ ਬਿਲਕੁਲ ਬਿਲਕੁਲ। ਸ਼ੂਦਰ ਦੀਆਂ ਵੀ ਕੈਟਾਗਰੀਆਂ ਆ, ਤੇ ਸ਼ੂਦਰ ਤੇ ਅਤੀ ਸ਼ੂਦਰ ਆ, ਉਹ ਵੀ ਸਾਰਾ ਆਪਾਂ ਸੀੜੀਆਂ ਦੇ ਵਿੱਚ ਦੱਸ ਚੁੱਕੇ ਆ। ਬਿਲਕੁਲ ਬਿਲਕੁਲ। ਸ਼ੂਦਰਾਂ ਦੀ ਆਪਾਂ ਇਹਦੀ ਔਕਾਤ ਦੱਸੀ ਕਿ ਬਾਹਮਣ ਕਹਿੰਦਾ ਇਹਨਾਂ ਦੀ ਔਕਾਤ ਕਾਂ, ਕੁੱਤਾ, ਬਿੱਲੀ, ਕੋੜ ਕੈਲਡੀ, ਨੀਲਾ ਪੰਛੀ, ਡੱਡੂ, ਨੇਲ ਦੇ ਬਰਾਬਰ ਆ। ਇਹ ਕੁੱਤੇ ਦੀ ਨਿਆਈ ਆ। ਇਹ ਜਿੱਦਾਂ ਕੁੱਤੇ ਆਪਸ ਵਿੱਚ ਲੜਦੇ, ਇੱਕ ਦੂਜੇ ਨਾਲ ਲੜਦੇ, ਇੱਕ ਦੂਜੇ ਦੀਆਂ ਲੱਤਾਂ ਵੱਢਦੇ ਆ, ਇਹ ਇਹਨਾਂ ਦਾ ਸੁਭਾਅ ਆ ਸ਼ੂਦਰ ਦਾ। ਇਸ ਕਰਕੇ ਪਿੰਡਾਂ ਦੇ ਵਿੱਚ ਜਿਹੜਾ ਜਾਤੀ ਵਿਤਕਰਾ, ਉਹ ਇਹ ਸਮਝ ਲਓ ਵੀ ਸ਼ੂਦਰ ਇੱਕ ਦੂਜੇ ਨਾਲ ਜਾਤੀ ਵਿਤਕਰਾ ਕਰਦਾ, ਇੱਕ ਕੁੱਤਿਆਂ ਦੇ ਸਮਾਨ ਨੂੰ ਪਿਆ। ਸਿੱਖ ਨਹੀਂ ਕਰ ਸਕਦਾ ਇਹਨਾਂ ਨੂੰ। ਜਿਹੜੇ ਪਿੰਡਾਂ 'ਚ ਬਾਈਕਾਟ ਵੀ ਹੋਏ ਆ ਜਾਂ ਗੁਰਦੁਆਰੇ ਜਿਹੜੇ ਬਾਈਕਾਟ ਕੀਤੇ ਗਏ, ਉਹ ਸਿੱਖ ਸੋ ਕਾਲਡ ਸਿੱਖ ਆ, ਉਹ ਕਲੰਕ ਆ ਸਿੱਖੀ ਦੇ ਉੱਪਰ। ਉਹ ਅਸਲ ਸ਼ੂਦਰ ਆ, ਉਹ ਸ਼ੂਦਰ ਉਹ ਆ। ਠੀਕ ਨਹੀਂ। ਸ਼ੂਦਰ ਹੈ ਜਿਹੜੇ ਕੰਮ ਕਰਦੇ ਆ। ਮਸਲਾ ਇਹ ਆ ਬਈ, ਜੇ ਆਪਾਂ ਇਹ ਗੱਲ ਮੰਨ ਲਈਏ ਬਈ ਉਹਨਾਂ ਨੇ ਧੱਕਾ ਕੀਤਾ, ਮੈਂ ਇਹ ਵੀ ਗੱਲ ਦਾਅਵੇ ਨਾਲ ਕਹਿਣਾ, ਮੈਂ ਚੈਲੰਜ ਵੀ ਕਰਦਾ, ਮੇਰੇ ਨਾਲ ਕੈਮਰੇ ਮੋੜੇ ਬੈਠ ਕੇ ਗੱਲ ਕਰ ਲਿਓ, ਜਿੰਨਾ ਮਰਜ਼ੀ ਮੀਡੀਆ ਲੈ ਆਓ, ਇਹ ਗੱਲ 'ਚ ਕੋਈ ਅਤਕਥਨੀ ਨਹੀਂ। ਭਗਤ ਸਾਹਿਬਾਨਾਂ ਨੂੰ ਪਹਿਲਾਂ ਸਿੱਖ ਸਮਾਜ ਦੇ ਵਿੱਚ ਇਗਨੋਰ ਕੀਤਾ ਗਿਆ ਆ ਕੁਝ ਸਾਲਾਂ ਤੱਕ, ਜਦੋਂ ਆਪਾਂ ਸ਼ੁਰੂਆਤ ਕੀਤੀ। ਅੱਜ ਤੋਂ 10 ਸਾਲ ਪਹਿਲਾਂ ਜਦੋਂ ਆਪਾਂ ਥੋੜਾ ਸਮਝ ਆਈ, ਸਾਨੂੰ ਵੇਖਿਆ ਸੀ ਕਿ ਅਸਲ ਦੇ ਵਿੱਚ ਇਹ ਸਿੱਖ ਇਨਕਲਾਬ ਆ। ਸਾਰੇ ਹੀ ਸੰਤ ਗੁਰੂ ਮਹਾਂਪੁਰਸ਼ ਸਿੱਖ ਧਰਮ ਦੇ ਬਾਨੀ ਆ, ਆਪੋ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ, ਚਾਹੇ ਉਹ ਭਗਤ ਸਾਹਿਬਾਨਾਂ ਦਾ ਸਮਾਂ ਜਾਂ ਗੁਰੂ ਕਾਲ ਦਾ ਸਮਾਂ, ਗੁਰਗੱਦੀ ਦੇ ਜਦੋਂ ਚੱਲ ਪਈ ਆ। ਠੀਕ ਨਹੀਂ। ਪਰ ਉਹ ਸਮਾਜ ਦੇ ਉਸ ਵੇਲੇ ਕੁਝ ਸਾਲ ਪਹਿਲਾਂ ਅਜੇ ਵੀ ਚੱਲਦਾ, ਭਗਤ ਸਾਹਿਬਾਨਾਂ ਨੂੰ ਇਗਨੋਰ ਕੀਤਾ ਗਿਆ। ਉਹਨਾਂ ਨੂੰ ਇੱਕ ਵਿਚਾਰੇ ਜਾਏ, ਪੂਰ ਜਾਏ, ਇੱਕ ਨਿਮਾਣੇ ਜਾਏ, ਇੱਕ ਮਤਲਬ ਜਿੱਦਾਂ ਕੋਈ ਪੁੱਛਦਾ ਹੀ ਨਹੀਂ ਹੁੰਦਾ, ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ। ਬਿਨਾਂ ਸ਼ੱਕ ਸਿਆਣੇ ਬੰਦੇ ਦੇ ਮਨ 'ਚ ਰੋਸ ਹੋਣਾ ਇੱਕ ਸੁਭਾਵਿਕ ਆ। ਠੀਕ ਨਹੀਂ। ਔਰ ਇਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਸਿੱਖ ਜਥੇਬੰਦੀਆਂ ਦੀ, ਜਿਹੜੀਆਂ ਜਾਂ ਜਿਹੜਾ ਅਕਾਲ ਤਖਤ, ਸਾਡੇ ਜਿੰਨੇ ਵੀ ਤਖਤ ਆ, ਉਹਨਾਂ ਦੀ ਜ਼ਿੰਮੇਵਾਰੀ ਸੀਗੀ। ਉਹ ਉਸ ਵੇਲੇ ਵੀ ਹੁਕਮਨਾਮਾ ਜਾਰੀ ਕਰ ਸਕਦੇ ਸੀ, ਉਸ ਵੇਲੇ ਵੀ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਭਗਤ ਸਾਹਿਬਾਨਾਂ ਦੇ ਅਸੀਂ ਜਿਸ ਤਰ੍ਹਾਂ ਗੁਰੂਆਂ ਦੇ ਗੁਰਪੁਰਬ ਮਨਾਉਂਦੇ ਆ, ਭਗਤ ਸਾਹਿਬਾਨਾਂ ਦੇ ਗੁਰਪੁਰਬ ਵੀ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਮਨਾਈਏ। ਹੁਣ ਉੱਥੇ ਆਪਣੀ ਗੱਲ ਆ ਜਾਣੀ ਮੁੜ ਕੇ ਵੀ ਜਦੋਂ ਫੋਟੋ ਆਈ ਰਵਿਦਾਸ ਮਹਾਰਾਜ ਦੀ ਬਿਨਾਂ ਪੱਗ ਤੋਂ ਨੰਗੇ ਸਿਰ ਆਈ ਫੋਟੋ ਜਦੋਂ ਆਈ ਆ, ਉਸ ਵੇਲੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਕਿੱਥੇ ਗਏ ਸੀ? ਉਦੋਂ ਵੀ ਨਹੀਂ ਐਕਟਿਵ ਹੋਏ, ਉਦੋਂ ਨਹੀਂ ਸੋਚਿਆ। ਪ੍ਰਚਾਰਕ ਉਦੋਂ ਕਿੱਥੇ ਗਏ ਹੋਏ ਸੀ? ਪੁਜਾਰੀ ਲਾਣੇ ਦਾ ਪਤਾ ਹੀ ਨਹੀਂ ਸਿੱਖੀਜ਼ਮ ਕੀ ਆ ਯਾਰ। ਉਹਨਾਂ ਦਾ ਇਸ ਕਰਕੇ ਉਹਨਾਂ ਨੂੰ ਪਤਾ ਦੇਖੋ, ਪਤਾ ਤਾਂ ਇਹ ਆ ਵੀ ਤੁਸੀਂ ਜਿਹੜੀ ਗੱਲ ਕੀਤੀ ਆ ਸਰਜੀਤ ਸਿੰਘ ਨਨੂਏ ਦੀ ਬੁੱਕ ਦਾ ਜ਼ਿਕਰ ਕੀਤਾ, ਜਿਹੜੀ ਬੁੱਕਾਂ ਆਪਾਂ ਨੇ 3-4 ਸਿੱਖੀਆਂ। ਬਦਕਿਸਮਤੀ ਐਡੇ ਨਿਕੰਮੇ ਪ੍ਰਚਾਰਕਾਂ ਨੂੰ ਮੈਂ ਕਹਿੰਦਾ ਉਹਨਾਂ ਨੂੰ ਗੁਰਦੁਆਰਿਆਂ 'ਚ ਵੰਡ ਨਹੀਂ ਦੇਣਾ ਚਾਹੀਦਾ, ਜਿਨ੍ਹਾਂ ਨੇ ਹਮੇਸ਼ਾ ਸਾਨੂੰ ਲੜਾਇਆ ਆਣ ਕੇ ਬਾਹਰ ਵੀ 2-3 ਗਰੁੱਪਾਂ 'ਚ।
ਧੁੰਦਾ ਲੈ ਲਾ, ਧੁੰਦੇ ਨੂੰ ਕਿਤਾਬ ਦਿੱਤੀ, ਉਸ ਬੰਦੇ ਨੇ ਕਿਤਾਬ ਰੱਦੀ ਕਰਕੇ ਕਿਤੇ ਗਾਰਬੇਜ ਦੇ ਮੈਂ ਕਹਿੰਦਾ ਕੀਤਾ ਕੱਖ ਵੀ ਨਹੀਂ ਯਾ 25 ਬੰਦਿਆਂ ਦੇ ਵਿੱਚ ਉਹਨੂੰ ਅਸੀਂ ਬੈਠ ਕੇ ਗੱਲ ਕਹੀ ਕਿ ਆ ਨਨੂਆ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨਾਂ ਦੇ ਵਿੱਚ ਡਿਫਰੈਂਸ ਪੈਦਾ ਕਰ ਰਿਹਾ। ਇਹ ਕਹਿ ਰਿਹਾ ਕਿ ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਬਰਾਬਰ ਨਹੀਂ। ਕਾਰਨ ਕਹਿੰਦਾ ਕਿਉਂਕਿ ਭਗਤ ਸਾਹਿਬਾਨਾਂ ਦੀ ਬਾਣੀ ਦੇ ਵਿੱਚੋਂ ਕਹਿੰਦਾ ਹਿੰਦੂ ਧਰਮ ਦੇ ਫਲਸਫੇ ਦੀ ਬੋਲ ਆਉਂਦੀ ਹੈ ਤੇ ਬੋਲਿਆ ਤੱਕ ਨਹੀਂ ਹੁੰਦਾ ਹਿੰਦੂ ਧਰਮ ਦੇ ਵਿੱਚ। ਇਹਨੇ ਭਗਤ ਸਾਹਿਬਾਨਾਂ ਨੂੰ ਹਿੰਦੂ ਲਿਖਿਆ ਉੱਥੇ। ਉਹ ਕਿਤਾਬ ਉਹ ਮਿਸ਼ਨਰੀ ਪ੍ਰਚਾਰਕ ਨੂੰ ਮਿਹਨਤ ਤਾਲਾ ਕਰਕੇ ਦਿੱਤੀ। ਪਹਿਲਾਂ ਤਾਂ ਖੁਰ ਵੱਢਦਾ ਆ ਰਿਹਾ ਸੀਗਾ, ਜਦੋਂ ਬੈਠਾ ਵੇ ਮਿਹਨਤ ਤਾਲਾ ਉਹਦਾ ਕੀਤੇ ਪੈਰੀਆਂ ਤੇ ਲਾਇਆ, ਭਾਈ ਕਿਤਾਬ ਮਾੜੇ ਪੜ੍ਹ ਲਾ। ਉਹ ਅਸੀਂ ਤਾਂ ਵੀ ਦੁੱਕੀ ਦੇ ਬੰਦੇ ਆ, ਤੂੰ ਅੱਜ 2 ਗੱਲਾਂ ਬੋਲ। ਇਹ ਬੰਦੇ ਨੇ ਗੰਦ ਪਾਇਆ ਹੋਇਆ, ਨਨੂਏ ਦੇ ਆਲੇ ਦੁਆਲੇ ਕਿਤਾਬਾਂ ਵੰਡ ਕੇ ਉਹ ਅਸੀਂ ਇਕੱਠੇ ਕਰਨ ਤੇ ਹੋਵਾਂ, ਇਹ ਵੰਡਣ ਤੇ ਹੋਇਆ ਆ। ਉਹਦੀ ਸਪੋਰਟ ਦੇ ਵਿੱਚ ਇੱਥੇ ਵੀ ਬੇੜਾ ਜਿਹੜੇ ਆਪਣੇ ਆਪ ਨੂੰ ਬੜੇ ਦਾੜਿਆਂ ਵਾਲੇ ਬੜੇ ਪੱਗਾਂ ਵਾਲੇ ਉਹਨਾਂ ਨੇ ਵੀ ਉਹ ਧੁੰਦੇ ਨੂੰ ਬੜਾ ਪ੍ਰਮੋਟ ਕੀਤਾ, ਪਰ ਉਹਨਾਂ ਨੇ ਕਿਤਾਬ ਤੇ ਨਾ ਉਹ ਕਹਿੰਦੇ ਬੋਲੀ। ਉਹਨਾਂ ਨੇ ਇਹ ਗੱਲ ਉਹਦੇ ਘਰ ਤੇ ਪਾਈ ਕਿਤਾਬ ਤੇ ਨਾ ਬੋਲੀ, ਕਿਉਂਕਿ ਜਿਹੜਾ ਦਲਿਤ ਸਮਾਜ ਆ ਉਹ ਅਸੀਂ ਕਹਿੰਦੇ ਨਾਲ ਨਹੀਂ ਲੱਗਣ ਦੇ। ਉਸ ਤੋਂ ਬਾਅਦ ਢੱਡਰੀਆਂ ਵਾਲੇ ਨੂੰ ਵੀ ਕਿਤਾਬ ਦਿੱਤੀ। ਖੈਰ ਉਹ ਪ੍ਰਚਾਰ ਵਧੀਆ ਕਰਦਾ ਰਿਹਾ ਢੱਡਰੀਆਂ ਵਾਲਾ, ਪਰ ਹੁਣ ਕੋ ਜ਼ਿਆਦਾ ਹੀ ਤਾਂ ਚਲੋ ਉੱਪਰਲੇ ਹਵਾ ਚੱਲ ਗਿਆ। ਮੈਂ ਪ੍ਰਚਾਰ ਤਾਂ ਹੁਣ ਵੀ ਠੀਕ ਕੀਤਾ, ਪਰ ਉਹ ਬੰਦੇ ਦੀ ਇਹ ਲੈ ਲਾ ਵੀ ਜਿਹੜਾ ਕੰਮ ਉਹਨੂੰ ਕਰਨ ਨੂੰ ਕਿਹਾ ਸੀ, ਜਿੰਨਾ ਸਮਾਜ ਇਕੱਠਾ ਕਰੀਏ, ਉਹਦੇ ਉੱਪਰ ਉਹ ਵੀ ਨਹੀਂ ਬੋਲਿਆ। ਉਹਨੇ ਵੀ ਕਿਤਾਬ ਛੱਡ ਦਿੱਤੀ, 2-3 ਨੂੰ ਹੋਰ ਕਿਤਾਬ ਦਿੱਤੀ। ਮੈਂ ਤਾਂ ਕਹਿੰਦਾ ਗੱਲ ਸੀ ਕਿ ਬਾਣੀ ਨੂੰ ਵੰਡ ਰਿਹਾ ਆ ਇਹ ਪ੍ਰਚਾਰ ਕਿਸ ਕੰਮ ਲਈ ਬਾਣੀ ਨੂੰ ਕਹਿ ਰਿਹਾ ਕਿ ਗੁਰੂਆਂ ਦੇ ਬਰਾਬਰ ਤੋਲ ਨਹੀਂ। ਕਿੱਡੀ ਇੰਪੋਰਟੈਂਟ ਗੱਲ ਸੀ, ਉਹਨੂੰ ਬੋਲਿਆ ਗਿਆ। ਕੇਵਲ ਪੈਸੇ ਦਿੰਨੇ ਆ, ਇਹਨਾਂ ਦੀ ਸੇਵਾ ਕਰਦੇ ਆ, ਇਹਨਾਂ ਨੂੰ ਦੇਗਾ ਖਿਲਾਉਂਦੇ ਆ। ਜਿਹੜੀ ਗੱਲ ਬੋਲਣ ਵਾਲੀ ਉਹ ਬੋਲਣੀ ਨਹੀਂ, ਬਾਕੀ ਜਿਹੜੇ ਹੋਰ ਮੁੱਦੇ ਆ ਇਸ਼ੂ ਆ ਉਹਨਾਂ ਦੇ ਉੱਪਰ ਅਲਝਾ ਕੇ ਨਹੀਂ ਸੱਦਿਆ। ਲੜਾਈ ਫੋਟੋ ਤੇ ਲੈਣ ਦੀ, ਫੋਟੋ ਤੇ ਜਿਹੜੀ ਉਹ ਵੀ ਕਾਲਪਨਿਕ ਫੋਟੋ, ਜਿਹੜੀ ਮੂਰਤੀ ਪੂਜਾ ਆ ਜਾਂ ਹੈਗੀ ਆ, ਇਹ ਤਾਂ ਹੀ ਨਹੀਂ, ਇਹ ਤਾਂ ਬ੍ਰਾਹਮਣਵਾਦ ਵਾ। ਹੁਣ ਤੂੰ ਦੇਖ ਯੂਪੀ ਦੇ ਵਿੱਚ ਮੁੱਛਾਂ ਨਹੀਂ ਰੱਖਣ ਦਿੰਦੇ। ਯੂਪੀ ਕਿੱਡੀ ਕੁ ਦੂਰ ਆ, ਉਹ ਦਸਤਾਰ ਨਹੀਂ ਕਹਿੰਦੇ, ਤੁਸੀਂ ਜੁੱਤੀ ਚੱਕ ਕੇ ਵੀ ਕੋਲੋਂ ਲੰਘਣਾ ਪੈਂਦਾ। ਗੁਰੂ ਸਾਹਿਬ ਨੇ ਇਹੀ ਤਾਂ ਪ੍ਰਾਊਡ ਲੈ ਕੇ ਦਿੱਤਾ ਪੰਜਾਬ ਨੂੰ, ਸਰ ਭਾਰਤ ਨੂੰ। ਹੁਣ ਅਸੀਂ ਇਹ ਪੰਜਾਬ ਯੂਪੀ 'ਚ ਨਹੀਂ ਫੈਲਾਇਆ, ਹੋਰ ਸਟੇਟਾਂ 'ਚ ਨਹੀਂ ਫੈਲਾਇਆ। ਉਹ ਹੁਣ ਜਿਹੜੀ ਆਪਾਂ ਗੱਲ ਯੂਪੀ ਵਾਲੀ ਤੇ ਆਪਾਂ ਕਰਦੇ, ਜਦੋਂ ਆਪਾਂ ਪ੍ਰਚਾਰ ਕੀਤਾ, ਆਪਾਂ ਇਹ ਗੱਲ ਕੀਤੀ ਬਈ ਦਸਤਾਰਾਂ ਬੰਨੋ, ਦਾੜੇ ਰੱਖੋ, ਮੁਸ਼ਾਹ ਰੱਖੋ, ਸਿੱਖ ਸਰਕਾਰ ਬਣੋ, ਕੋਈ ਗੱਲ ਨਹੀਂ। ਮਨੂਵਾਦ ਨਾਲ ਯੁੱਧ ਲੰਬਾ ਸਮਾਂ ਚੱਲਣਾ। ਇਸ ਕਰਕੇ ਚਾਹੇ ਫੋਟੋਆਂ ਹੁਣ ਕਾਲਪਨਿਕ ਆ ਜਾਂ ਜਿਹੜੀਆਂ, ਮੈਂ ਨਹੀਂ ਚਾਹੁੰਦਾ ਵੀ ਫੋਟੋਆਂ ਪ੍ਰਮੋਟ ਕਰੋ, ਪਰ ਜੇ ਕਰਨੀ ਆ ਗੁਰੂ ਸਾਹਿਬ ਦੀ ਸ਼ਖਸੀਅਤ, ਉਹਦੀ ਪਰਸਨੈਲਿਟੀ, ਉਹਦੇ ਗੁਣਾਂ ਦੇ ਆਧਾਰ ਤੇ ਹੋਣੀ ਚਾਹੀਦੀ ਆ। ਇਸ ਕਰਕੇ ਮੈਂ ਇਹ ਗੱਲ ਕਹੂੰਗਾ, ਜੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਲਾਉਣੀ ਆ ਆਪਣੇ ਵੀਰਾਂ ਨੇ ਸਾਰਿਆਂ ਨੇ, ਤਾਂ ਦਸਤਾਰ ਵਾਲੀ ਹੋਣੀ ਚਾਹੀਦੀ, ਨਹੀਂ ਤਾਂ ਲਾਓ ਹੀ ਨਾ। ਨਹੀਂ ਲਾਓ। ਦੇਖੋ ਦਸਤਾਰ ਵਾਲੀ ਕਿਉਂ ਹੋਣੀ ਚਾਹੀਦੀ, ਇਹਦੇ ਨਾਲ ਇਹ ਵੀ ਆ ਕਿਉਂਕਿ ਦਸਤਾਰ ਲਈ ਫਾਈਟ ਕੀਤੀ ਉਹਨਾਂ ਨੇ ਐਜੂਕੇਸ਼ਨ ਲਈ ਫਾਈਟ ਕੀਤੀ ਆ। ਮੈਂ ਤੈਨੂੰ ਹੋਰ ਗੱਲ ਟੋਕਣਾ ਚਾਹੁੰਦਾ, ਜਿਹੜੇ ਰਿਸ਼ੀ ਮੁਨੀ ਆ ਉਹੀ ਕੇਸ ਦਾ ਰੱਖ ਸਕਦੇ ਹੁੰਦੇ ਸੀ। ਮੈਨੂੰ ਇੰਨੇ ਮੈਸੇਜ ਆਏ ਆ ਆਪਣੇ ਮਿੱਤਰਾਂ ਦੇ, ਭਰਾਵਾਂ ਦੇ ਫੇਸਬੁੱਕ ਤੇ, ਉਹ ਕਹਿੰਦੇ ਜਾਣੀ ਕਿ ਮੈਂ ਇਹ ਗੱਲ ਕਰ ਸਕਦਾ ਵੀ ਰਵਿਦਾਸੀਆ ਸਮਾਜ, ਆਪਾਂ ਸੈਪਰੇਟ ਏਦਾਂ ਬੋਲਦੇ ਤਾਂ ਨਹੀਂ ਚੰਗੇ ਲੱਗਦੇ, ਪਰ ਆਪਾਂ ਗੱਲਬਾਤ ਕਰ ਰਹੇ ਹਾਂ ਕਿਉਂਕਿ ਮਸਲਾ ਇਸ ਵੇਲੇ ਬਣਿਆ। ਜਿੰਨੇ ਵੀ ਮੇਰੇ ਰਵਿਦਾਸੀਆ ਭਰਾ ਆ, 80% ਤੋਂ ਵੀ ਜ਼ਿਆਦਾ, ਮੈਂ ਕਹਿੰਦਾ 90% ਉਹਨਾਂ ਦੇ ਇਹੀ ਮੈਨੂੰ ਕਮੈਂਟ ਆਏ ਆ। ਉਹ ਕਹਿੰਦੇ ਭਾਜੀ ਵੀ ਜਾਂ ਤਾਂ ਇਹ ਫੋਟੋਆਂ ਦਾ ਖਹਿੜਾ ਹੀ ਬੰਦ ਹੋਵੇ, ਤੇ ਜੇ ਹੋਣੀ ਚਾਹੀਦੀ ਆ ਤੇ ਫੋਟੋ ਜਿਹੜੀ ਦਸਤਾਰ ਵਾਲੀ ਹੋਣੀ ਚਾਹੀਦੀ ਆ। ਮੈਂ ਕਿਹਾ ਬਈ ਤੁਸੀਂ ਤਕੜੇ ਹੋ, 5% ਸਾਡੇ ਭਰਾ ਜਿਹੜੇ ਉਖੜੇ ਹੋ ਆ, ਜਿਹੜੇ ਮਿਸਲੀਡ ਹੋ ਚੁੱਕੇ ਆ, ਉਹਨਾਂ ਨੂੰ ਸਮਝਾਵੋ। ਇਹ ਕੋਈ ਐਡੀ ਖਾਸ ਗੱਲ ਹੈ ਨਹੀਂ ਗੀ, ਠੀਕ ਨੇ। ਦੇਖੋ ਜਦੋਂ ਬੰਦਾ ਨਾ ਫੋਟੋ ਨਾਲ ਜੁੜ ਜਾਂਦਾ, ਸਿਧਾਂਤ ਨਾਲ ਟੁੱਟ ਜਾਂਦਾ। ਇੱਕ ਗੱਲ ਨੋਟ ਕਰ ਲਿਓ, ਦੇਖੋ ਜਦੋਂ ਫੋਟੋ ਨਾਲ ਜੁੜ ਜਾਂਦਾ, ਸਿਧਾਂਤ ਨਾਲ ਟੁੱਟ ਜਾਂਦਾ। ਜਿਹੜੀ ਫੋਟੋ ਪੂਜਾ ਆ, ਇਹ ਇੱਕ ਮਨੂਵਾਦ ਵਾ, ਇਹਨੂੰ ਆਪਾਂ ਰਿਜੈਕਟ ਕਰਨਾ ਚਾਹੀਦਾ। ਨਾ ਸਾਨੂੰ ਦਸਤਾਰ ਵਾਲੀ ਚਾਹੀਦੀ ਆ, ਨਾ ਗੁਰੂ ਨਾਨਕ ਦੇਵ ਜੀ, ਨਾ ਕਿਸੇ ਵੀ ਗੁਰੂ ਸਾਹਿਬਾਨ ਦੀ, ਕਿਸੇ ਵੀ ਭਗਤ ਸਾਹਿਬਾਨ ਦੀ ਫੋਟੋ ਚਾਹੀਦੀ ਨਹੀਂ। ਤੁਹਾਨੂੰ ਮੈਂ ਦੱਸ ਦਿੰਦਾ, ਕਿਉਂਕਿ ਇਹ ਮਾਨਸਿਕ ਗੁਲਾਮੀ ਆ। 5 ਇੱਟਾਂ ਨੂੰ ਰੰਗ ਚਿੱਟਾ ਕਰਕੇ ਉਹਨੂੰ ਮੱਥਾ ਟੇਕ ਲਾ, ਮੂਰਤੀ ਨੂੰ ਮੱਥਾ ਟੇਕ ਲਾ, ਫੋਟੋਆਂ ਨੂੰ ਮੱਥਾ ਟੇਕ ਲਾ, ਇਹ ਇੱਕ ਗੁਲਾਮੀ ਆ ਮਾਨਸਿਕ। ਇਹਦੇ ਤੋਂ ਸਾਨੂੰ ਪਰੇ ਹੋ ਕੇ ਸਾਨੂੰ ਕਨਸੈਪਟ ਸਮਝਣਾ ਚਾਹੀਦਾ ਕਿ ਰਵਿਦਾਸ ਮਹਾਰਾਜ ਦਾ ਕਨਸੈਪਟ ਕੀ ਆ। ਬੇਗਮਪੁਰੇ ਦਾ ਇਹ ਸ਼ੂਦਰਾਂ ਦੀ ਆਜ਼ਾਦੀ ਦਾ ਕਨਸੈਪਟ ਸੀ। ਗੁਰੂ ਗ੍ਰੰਥ ਸਾਹਿਬ 35 ਮਹਾਂਪੁਰਸ਼, ਇਹ ਗੁਰੂ ਗ੍ਰੰਥ ਸਾਹਿਬ ਕਨਸੈਪਟ ਆ। ਹੁਣ ਜਿਹੜੇ ਨਫ਼ਰਤਾਂ, ਉਹ ਜਾਤੀ ਵਿਵਸਥਾ ਉਹਨਾਂ ਦੇ ਅੰਦਰ ਜਿਹੜੇ ਨਫ਼ਰਤ ਕਰਦੇ ਆ, ਚਾਹੇ ਉਹ ਕੇਸਾਧਾਰੀ ਹੋਣ, ਛੋਟੀ ਜਾਤ ਵਾਲਿਆਂ ਨੂੰ ਕਰਦੇ, ਜਾਂ ਛੋਟੀ ਜਾਤ ਵਾਲੇ ਕੇਸਾਧਾਰੀਆਂ ਨੂੰ ਕਰਦੇ ਆ, ਉਹਨਾਂ ਦੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਇੱਕ ਨਫ਼ਰਤ ਆ ਜੱਟਵਾਦ ਲਈ।
ਉਹ ਜਿਹੜੀ ਜੱਟਵਾਦ ਲਈ ਨਫ਼ਰਤ ਉਹ ਕੇਸਾਂ ਨਾਲ ਜੋੜ ਕੇ ਉਹ ਆਪ ਪ੍ਰਮੋਟ ਬਿਨਾਂ ਕੇਸਾਂ ਨੂੰ ਕਰੀ ਜਾਂਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ। ਉਹ ਕੁਦਰਤ ਦੇ ਖਿਲਾਫ ਜਾ ਰਿਹਾ, ਉਹ ਕੁਦਰਤ ਦੇ ਖਿਲਾਫ ਜਾ ਰਿਹਾ। ਆ ਇੱਕ ਕਮੈਂਟ ਕਰ ਰਿਹਾ ਗੁਰੂ ਖਾਲਸਾ, ਕਹਿੰਦਾ ਸਮਾਜ ਖੁਦ ਆਪਣੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਆ ਯਾਰ ਕਮੈਂਟ ਮਾਰ ਜਾ ਪੜ੍ਹਨ, ਕੋਈ ਗੱਲ ਨਹੀਂ। ਕਹਿੰਦਾ ਸਮਾਜ ਖੁਦ ਆਪਣੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਲੋਕਾਂ ਨੂੰ ਕਿਹਾ ਜਾਂਦਾ ਕਿ ਫਰਕ ਕੀਤਾ ਜਾਂਦਾ ਤੁਹਾਡੇ ਨਾਲ। ਪਹਿਲਾਂ ਵੰਡੇ ਗੁਰੂ, ਫਿਰ ਵੰਡੀ ਗੁਰਬਾਣੀ, ਤੇ ਫਿਰ ਵੰਡੀਆਂ ਝੰਡੀਆਂ ਡੰਡੀਆਂ ਕੀ ਪਾਉਣ ਲੱਗ ਪਿਆ ਨਾ। ਸਮਾਜ ਕਹਿੰਦਾ ਖੁਦ ਆਪਣੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਉਦੋਂ ਨਹੀਂ ਪਤਾ ਪਿੰਡਾਂ ਦੇ ਵਿੱਚ ਸੇਵੇ ਲੱਗ, ਗੁਰਦੁਆਰੇ ਲੱਗ, ਜਾਤੀ ਵਿਵਸਥਾ ਨਾਲ ਵਿਆਹ ਹੁੰਦੇ ਆ, ਅਖਬਾਰਾਂ ਭਰੀਆਂ ਪਈਆਂ। ਇਹਨੂੰ ਉਦੋਂ ਨਹੀਂ ਚੇਤਾ ਆਉਂਦਾ ਵੀ ਅਸੀਂ ਲੋਕਾਂ ਨੂੰ ਦੱਸਦੇ ਵੀ ਤੁਹਾਨੂੰ ਫਰਕ ਹੋ ਰਿਹਾ ਦੱਸਦਾ ਲੋਕੀ। ਮੈਂ ਕਹਿੰਦਾ ਇਦਾਂ ਦੇ ਝੁੱਡੂ ਲੋਕ ਜਿਹੜੇ ਨਾ, ਇਹ ਇੱਕ ਤਾਂ ਜਿਹੜਾ ਫੇਸਬੁੱਕ ਤੇ ਹਰੇਕ ਨਾ ਬਣ ਕੇ ਬਹਿ ਜਾਂਦਾ ਬਦਮਾਨ, ਮੈਂ ਤਾਂ ਕਹਿੰਦਾ ਪਿਛਵਾੜਾ ਭੰਨਣਾ ਚਾਹੀਦਾ। ਲਿਖ ਕੇ ਫਰਕ ਕਰਦੇ ਯਾਰ। ਯਾਰ ਪਹਿਲੀ ਗੱਲ ਇਹ ਆ, ਤੁਸੀਂ ਪਹਿਲਾਂ ਰਿਐਲਿਟੀ ਦਾ ਦੇਖੋ। ਵੰਡਣ ਦੀ ਗੱਲ ਤੁਹਾਨੂੰ ਮੈਂ ਅਸੀਂ ਦੱਸ ਚੁੱਕੇ ਆ ਕਿ ਗੁਰਦੁਆਰੇ 'ਚ ਵੀ ਕਦੇ ਬਾਈਕਾਟ ਹੁੰਦੇ ਵੇਖੇ, ਸਮਾਜਿਕ ਬਾਈਕਾਟ? ਕੋਈ ਲਾਣਤੀ ਹੋ ਕਦੇ ਗੁਰਦੁਆਰੇ 'ਚ ਵੀ ਕੋਈ ਅਨਾਉਂਸਮੈਂਟ ਕਰ ਦਿੰਦਾ ਸਿਵੇ ਤੁਹਾਡੇ ਨਹੀਂ ਇਕੱਠੇ। ਫਿਰ ਸਿਵੇ ਰਾਜ ਭਾਗ ਦੀ ਗੱਲ ਕਰਦੇ ਆ ਤੁਸੀਂ। ਸਮਾਜ ਨਹੀਂ ਵੰਡ ਰਿਹਾ, ਸਮਾਜ ਦੇ ਵਿੱਚ ਵੰਡੀਆਂ ਪਾਉਣ ਵਾਲੇ ਜਿਹੜੇ ਗੰਦੇ ਲੋਕ ਬੈਠੇ ਆ, ਸਾਰੇ ਨਹੀਂ ਹੈ 5-5 10-10%, ਪਰ ਹੈਗੇ ਉਹ ਹਰ ਕਮਿਊਨਿਟੀ 'ਚ ਬੈਠੇ, ਹਰ ਜਾਤ 'ਚ ਬੈਠੇ, ਹਰ ਜਾਤ ਵਿੱਚ ਬੈਠੇ ਆ। ਹੁੰਦੇ 2-4 ਘਰੇ ਹੀ ਆ ਤੇ ਬਦਨਾਮ ਉਹ ਸਾਰਿਆਂ ਨੂੰ ਕਰ ਦਿੰਦੇ ਆ। ਤੈਨੂੰ ਕਹਿੰਦਾ ਹੁਣ ਵੀ ਯਾਰ 80-85-90% ਗੁਰਦਾਸੀਆ ਸਮਾਜ ਵਾਲੇ ਵਿਚਾਰੇ ਤਰਲੋ ਮੱਛੀ ਹੋਈ ਉਹ ਵਿਚਾਰੇ ਤਾਂਡੇ ਮਾਰਦੇ ਆ ਬਈ ਜੇ ਫੋਟੋਆਂ ਨਹੀਂ ਚਾਹੀਦੀਆਂ, ਜੇ ਕਹਿੰਦੇ ਚਾਹੀਦੀ ਸਾਨੂੰ ਫੋਟੋ ਪੱਗ ਵਾਲੀ ਚਾਹੀਦੀ ਆ। ਔਰ ਉਹ ਕਹਿੰਦੇ ਕੀ ਕਰੀਏ ਵੀ ਸਾਡੀ ਜਿਹੜੇ 5% ਆ। ਅੱਛਾ, ਇੱਕ ਉੱਤੇ ਹੋਰ ਮਾੜੀ ਗੱਲ ਮੈਂ ਤੁਹਾਨੂੰ ਦੱਸਾਂ, ਰਵਿਦਾਸੀਆ ਸਮਾਜ ਦੇ ਜਿੰਨੇ ਵੀ ਬੁੱਧੀਜੀਵੀ ਆ, ਜਿੰਨੇ ਵੀ ਵਿਦਵਾਨ ਆ, ਸਕਾਲਰ, ਤੇ ਨਾਲ ਜਿੰਨੇ ਵੀ ਸੰਤ ਸਮਾਜ ਦੇ ਜਿੰਨੇ ਵੀ ਬਾਬੇ ਰਿਸਪੈਕਟਫੁਲ ਆ, ਮੈਂ ਸਾਰਿਆਂ ਦਾ ਰਿਸਪੈਕਟ ਕਰਦਾ, ਮੈਂ ਨਹੀਂ ਕਿਸੇ ਨੂੰ ਮਾੜਾ ਕਹਿੰਦਾ। ਔਰ ਮੈਂ ਆਪਣੇ ਸੰਤ ਮਹਿੰਦਰਪਾਲ ਇੱਥੇ ਕਈ ਵਾਰ ਆਏ ਆ, ਆਪਾਂ ਨੂੰ ਮਿਲੇ ਆ ਪਿਆਰ ਦੇ ਨਾਲ, ਹਨਾ। ਜਿਹੜਾ ਬੰਦਾ ਜਿੰਨਾ ਵੀ ਯੋਗਦਾਨ ਪਾਉਂਦਾ ਯਾਰ ਉਹ ਸ਼ਲਾਘਾਯੋਗ ਆ, ਉਹਦੀ ਰਿਸਪੈਕਟ, ਠੀਕ ਨੇ। ਪਰ ਉਹ ਇਸ ਮੁੱਦੇ ਦੇ ਉੱਪਰ ਆਣ ਕੇ ਵਿਦਵਾਨ, ਸਕਾਲਰ, ਪ੍ਰਚਾਰਕ ਤੇ ਜਿਹੜੇ ਸਾਡੇ ਸੰਤ ਆ ਉਹ ਵੀ ਚੁੱਪ ਕਰ ਜਾਂਦੇ ਆ। ਮੈਂ ਉਹਨਾਂ ਨੂੰ ਕਹਿੰਦਾ ਵੀ ਚੁੱਪ, ਆਪਾਂ ਬੇਨਤੀ ਕਰਦੇ ਆ ਇਹਦੇ ਉੱਪਰ ਐਕਸ਼ਨ ਲਵੋ, ਲੜਾਈ ਦੀ ਜੜ ਵੱਢੋ, ਜਾਂ ਫੋਟੋਆਂ ਦਾ ਸਵਾਗਤ ਕਰਦੇ ਹੋ, ਜਾਂ ਇਹਨੂੰ ਗੁਰੂ ਸਾਹਿਬ ਦੀ ਆਇਡੈਂਟੀ ਦੇ ਵਾਲੀ ਜਿਹੜੀ ਫੋਟੋ ਆ ਉਹ ਐਲਾਨ ਕਰੋ ਵੀ ਉਹੀ ਫੋਟੋ ਉਹ ਲੱਗੂਗੀ, ਬਾਕੀ ਫੋਟੋ ਨਹੀਂ ਲੱਗ ਸਕਦੀ। ਇੰਦਰਜੀਤ, ਇਹ ਸੇਮ ਬਿਮਾਰੀ ਆ। ਜਦੋਂ ਪਿੰਡਾਂ ਦੇ ਵਿੱਚ ਨਾ ਬਾਈਕਾਟ ਹੁੰਦੇ ਆ ਤੇ ਜਿਹੜੇ ਸਿੱਖ ਪ੍ਰਚਾਰਕ ਉਹ ਚੁੱਪ ਕਰ ਜਾਂਦੇ ਆ, ਉਹ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਨਾਲ। ਉਹ ਇਹ ਸੇਮ ਬਿਮਾਰੀ ਸਾਰੇ ਪਾਸੇ ਆ। ਰੋਟੀ ਪਾਣੀ ਦਾ ਲੋਕਾਂ ਨੂੰ ਪਿਆ ਆ, ਕੋਈ ਮਿਸ਼ਨਰੀ ਨਹੀਂ। ਮੈਂ ਤੈਨੂੰ ਸਾਫ਼ ਦੱਸ ਦਿੰਦਾ, ਚਾਹੇ ਅੰਬੇਡਕਰਿਜ਼ਮ ਵਿੱਚ ਲੈ ਲਾ, ਚਾਹੇ ਜਿੱਥੇ ਮਰਜ਼ੀ ਲੈ ਲਾ, ਲੋਕੀ ਪੈਸਾ ਭਾਲਦੇ ਆ, ਬਿਜ਼ਨਸ ਬਣਾਏ ਆ। ਤੇ ਕੋਈ ਵੀ ਯਾਰ ਗੱਲ ਸੁਣ, 85% ਲੋਕ ਹੋਣ ਤੇ 3.5% ਤੋਂ ਜੁੱਤੀਆਂ ਖਾਣ, ਤੈਨੂੰ ਲੱਗਦਾ ਇਹਨਾਂ 'ਚ ਕੋਈ ਮਿਸ਼ਨਰੀ ਹੋਊ 85% ਲੋਕਾਂ 'ਚ? ਨਹੀਂ, ਬਹੁਤ ਚੰਗੇ ਵਿੱਚ ਹੈਗੇ ਬੰਦੇ, ਬਹੁਤ ਘੱਟ ਆ ਮੇਰੇ ਭਰਾਵੋ। ਇੱਕ ਦੂਏ ਨੂੰ ਧੋਖਾ ਦੇਣ ਵੱਲ ਨੂੰ ਤੁਰਿਓ ਆ, ਆਪਣੀ ਰੋਟੀ ਪਾਣੀ ਚਲਾਉਣ ਨੂੰ ਤੁਰਿਓ ਆ। ਜੇ ਸੀਰੀਅਸ ਹੁੰਦੇ, ਤੁਸੀਂ ਦੇਖੋ ਯਾਰ, 35 ਮਹਾਪੁਰਸ਼ਾਂ ਨੇ ਭਾਰਤ ਦੇ ਕੋਨੇ-ਕੋਨੇ ਵਿੱਚ ਰੈਵੋਲੂਸ਼ਨ ਖੜਾ ਕਰਕੇ ਰਾਜ ਪੈਦਾ ਕਰਦਾ ਬੰਦਾ ਸਿੰਘ ਬਹਾਦਰ ਦਾ, ਠੀਕ ਤੱਕ ਨਹੀਂ? ਉਸ ਵੇਲੇ ਉਹਨਾਂ ਨੇ ਜਿਹੜੇ ਅਤ ਨੀਚ ਲੋਕ ਸੀ, ਜਿੱਦਾਂ ਮੈਂ ਕਹਿੰਦਾ ਹੁੰਦਾ ਨੀਚਾ ਅੰਦਰ ਨੀਚਾ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸੋ ਕਰੀਸ, ਜਿੱਥੇ ਨੀ ਸੰਭਾਲੀ ਉੱਥੇ ਨਜ਼ਰ ਤੇਰੀ ਬਖਸ਼ੀ, ਜਿੱਥੇ ਨਜ਼ਰ ਤੇਰੀ ਬਖਸ਼ੀਸ਼। ਉਹਨੇ ਅਤ ਨੀਚ ਲੋਕਾਂ ਨੂੰ ਲੈ ਕੇ ਨਾਲ ਜੰਗਾਂ ਲੜੀਆਂ, ਜੰਗਾਂ ਜਿੱਤੀਆਂ ਤੇ ਰਾਜ ਪੈਦਾ ਕਰ ਲਿਆ। ਤੇ ਹੁਣ ਕੀ ਗੱਲ ਹੋ ਗਈ? ਮੇਰੀ ਗੱਲ ਸੁਣੋ, ਇਹ ਆਪਾਂ ਇਤਿਹਾਸ ਇਹਨਾਂ ਨੂੰ ਪੂਰਾ ਰਟਾਇਆ, ਇਹਨਾਂ ਨੂੰ ਨਹੀਂ ਚੇਤਾ ਭੁੱਲ ਜਾਂਦਾ, ਬੱਕਰੀ ਚੇਤਾ ਭੁੱਲ ਜਾਂਦਾ। ਜਿਹੜੀ ਗੱਲ ਆਪਾਂ ਇਹੀ ਕਰ ਰਹੇ ਵੀ ਆ ਜਿਹੜਾ ਖਾਮ ਖਾ ਦਾ ਖਰੂ ਪੱਟਿਆ ਆ ਫੋਟੋ ਵਾਲਾ, ਇੱਕ ਤਾਂ ਇਹ ਬਿਲਕੁਲ ਬੇਫਜ਼ੂਲ ਆ। ਤੇ ਦੇਖੋ, ਚਾਹੇ ਪੱਗ ਵਾਲੀ ਫੋਟੋ ਆ, ਚਾਹੇ ਬਿਨਾਂ ਪੱਗ ਤੋਂ ਫੋਟੋ ਆ, ਉਹ ਸਾਡੀ ਅਸਲੀ ਫੋਟੋ ਹੈ ਨਹੀਂ। ਤੁਸੀਂ ਸਿਧਾਂਤ ਨਾਲ ਜੁੜੋ। ਤੇ ਦੂਜੀ ਗੱਲ ਹੈਗੀ ਆ, ਪੱਗ ਲਈ ਲੜੇ ਆ, ਦਸਤਾਰ ਲਈ ਲੜੇ ਆ ਸਾਰੇ ਗੁਰੂ ਸਾਹਿਬਾਨ 35 ਦੇ 35। ਤੇ ਦਸਤਾਰ ਕਿਉਂ ਮਾੜੀ ਲੱਗਦੀ ਆ? ਦਸਤਾਰ ਰੱਖੋ, ਕਿਉਂਕਿ ਦਸਤਾਰ ਤੱਕ ਬਾਹਮਣ ਕਹਿੰਦਾ ਨਹੀਂ ਬੰਨਣ ਦੇਣੀ, ਕਿਸੇ ਦਾੜਾ ਨਹੀਂ ਰੱਖਣ ਦੇਣਾ, ਕਿਰਪਾਨ ਨਹੀਂ ਪਹਿਨਣ ਦੇਣੀ, ਪੜਨ ਨਹੀਂ ਦੇਣਾ।
ਹੁਣ ਜੇ ਤੁਸੀਂ ਤੁਹਾਨੂੰ ਬ੍ਰਾਹਮਣ ਦੇ ਲੱਗਦਾ ਸਿਧਾਂਤ ਤੇ ਵੀ ਚੱਲਣਾ ਜਾਂ ਗੁਰੂ ਦੇ ਆਪਣੇ ਸਿਧਾਂਤ ਮੇਰਾ ਤੇ? ਵੀਰ ਜਿੰਨੇ ਵੀ ਆਪਣੇ ਗੁਰਪ੍ਰੀਤ ਸਿੰਘ ਹੁਣ ਬੜੇ ਵਧੀਆ ਜਾਣਕਾਰ ਬੰਦੇ, ਨੌਲੇਜ ਵਾਲੇ ਬੰਦੇ ਆਪਣੇ ਸ਼ਾਮਲ ਆ। ਇਹ ਜਿਹੜੀ ਦਸਤਾਰ ਬਾਬੇ ਰਵਿਦਾਸ ਮਹਾਰਾਜ ਦੇ ਸਿਰ ਤੋਂ ਬਿਨਾਂ ਦਸਤਾਰ ਵਾਲੀ ਫੋਟੋ ਇਹ ਕਦੋਂ ਤੋਂ ਪ੍ਰਚਲਿਤ ਹੋਈ? ਦੇਖੋ ਮਿੱਤਰੋ, ਜਦੋਂ ਨਾ ਤੁਹਾਨੂੰ ਸਿਧਾਂਤ ਨਾਲ ਤੋੜਨਾ ਹੋਵੇ, ਪਹਿਲਾਂ ਮਰਿਆਦਾ ਬਣਾਈ ਵੀ ਮਰਿਆਦਾ ਮੰਨੋ, ਸਿਧਾਂਤ ਮੰਨਣ ਦੀ ਲੋੜ ਨਹੀਂ। ਤੁਹਾਨੂੰ ਪਤਾ ਇਸ ਗੱਲ ਦਾ ਨਾ? ਮਰਿਆਦਾ ਤੋਂ ਬਾਅਦ ਫੋਟੋ ਆ ਗਈ, ਮਰਿਆਦਾ ਤੋਂ ਬਾਅਦ ਫੋਟੋ ਆ ਗਈਆਂ, ਜਦੋਂ 1920 ਦੇ ਆਲੇ ਦੁਆਲੇ ਬਾਅਦ ਚ ਫੋਟੋ ਆ ਗਈਆਂ। ਹੁਣ ਤੁਸੀਂ ਫੋਟੋਆਂ ਤੇ ਲੜਨ ਲੱਗ ਪਏ, ਫੋਟੋ ਤੇ ਲੜਨ ਲੱਗ ਪਏ। ਉਹ ਜਿਹੜਾ ਬਾਹਮਣ ਨੇ ਸ਼ੜਯੰਤਰ ਸਿੱਟਿਆ ਨਾ ਉਹਦੇ ਚ ਫਸੇ ਹੋ ਤੁਸੀਂ। ਉਹਦੇ ਉਹਨੇ ਫੋਟੋ ਜਿਹੜੀ ਬੜੀ ਚਲਾਕੀ ਦੇ ਨਾਲ ਉਹ ਸਮਾਜ ਦੇ ਵਿੱਚ ਆਪਣੇ ਭਰਾਵਾਂ 'ਚ ਸਿੱਟੀ ਆ ਤੇ ਉੱਤਰ ਤੁਹਾਨੂੰ ਪਤਾ ਹੁਣ ਵੀ ਉਹਦਾ ਇਹੀ ਕੰਮ ਲੜਾਉਣਾ। ਅੱਛਾ ਆਪਾਂ ਗੱਲ ਕਰਦੇ ਜਿਹੜੀ ਯੂਪੀ ਦੇ ਵਿੱਚ, ਹਾਂਜੀ, ਉਹ ਇੱਕ ਫੋਟੋ ਇੱਕ ਜਿਹੜੀ ਦੇਖੀ ਨਹੀਂ ਸੀ ਜਾਂਦੀ ਯਾਰ, ਆਪਣੀ ਭੈਣ ਰੋਂਦੀ, ਹਾਥਰਸ ਵਾਲੀ, ਜਿਹਨੇ ਦਾ ਕਤਲ ਕਰ ਦਿੱਤਾ ਉਹਨਾਂ ਮਨੂਵਾਦੀ ਬਦਮਾਸ਼ਾਂ ਨੇ। ਇਹ ਉੱਥੇ ਇੱਕ ਦਿਨ ਵੀ ਉੱਥੇ ਹਰ ਰੋਜ਼ ਜਾ ਰਹੇ ਹੋ ਜੇ ਘਟਨਾਵਾਂ ਹੁੰਦੀਆਂ ਬੜੀਆਂ। ਇੰਦਰਜੀਤ, ਇਹੀ ਗੱਲ ਜਿਹੜੀ ਆ ਨਾ, ਹੁਣ ਜਿਹੜਾ ਸਿੱਖੀਜ਼ਮ ਨੇ ਇਹੀ ਤਾਂ ਕੰਮ ਖਤਮ ਕਰਨਾ ਸੀ, ਜਿਹੜਾ ਬਲਾਤਕਾਰ ਖਤਮ ਕਰਨੇ, ਊਚ ਨੀਚ ਖਤਮ ਕਰਨੀ, ਇਹੀ ਕੰਮ ਖਤਮ ਕਰਕੇ ਭਾਰਤੀ ਰਾਜ ਕਰਨਾ ਸੀ। ਤੇ ਸਿੱਖੀਜ਼ਮ ਪੰਜਾਬ 'ਚ ਸੁੰਗੜ ਕੇ ਬਹਿ ਗਿਆ, ਪੁਜਾਰੀਵਾਦ ਵੱਧ ਗਿਆ ਤੇ ਅਸਲੀ ਕਨਸੈਪਟ ਆਇਆ ਨਹੀਂ। ਹੁਣ ਉਹ ਤਾਂ ਮਿੱਤਰਾ ਇੱਕੋ ਇੱਕ ਆ ਵੀ ਇਹਨਾਂ ਲੋਕਾਂ ਨੂੰ ਚਾਹੀਦਾ ਵੀ ਸਰਕਾਰ ਤੋਂ ਹਥਿਆਰ ਮੰਗਣ, ਵੀ ਜਿਹੜੇ ਹਥਿਆਰ ਆ ਵੀ ਜਿਹੜੇ ਤਾਂ ਗਰੀਬ ਆ ਉਹਨਾਂ ਨੂੰ ਘੱਟ ਰੇਟ ਤੇ ਦੇ ਦਿਓ, ਜਿਹੜੇ ਤਕੜੇ ਆ ਅਮੀਰ ਆ ਜਾਂ ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਦੇ ਉਹਨਾਂ ਨੂੰ ਪੂਰੇ ਮੁੱਲ ਤੇ ਦੇ ਦਿਓ। ਵੀ ਹਥਿਆਰ ਸਾਰੇ ਕੋਲ ਹੋਣੇ ਚਾਹੀਦੇ ਆ, ਸਾਰਿਆਂ ਕੋਲ ਹੋਣੇ ਚਾਹੀਦੇ। ਅਸੀਂ ਨਹੀਂ ਕਹਿੰਦੇ ਕਿ ਰਾਜਪੂਤਾਂ ਕੋਲ ਨਹੀਂ ਹੋਣੇ ਚਾਹੀਦੇ, ਠਾਕਰਾਂ ਕੋਲ ਨਹੀਂ ਹੋਣੇ ਚਾਹੀਦੇ, ਬਾਹਮਣਾਂ ਕੋਲ ਨਹੀਂ ਹੋਣੇ, ਉਹਨਾਂ ਕੋਲ ਵੀ ਹੋਣੇ ਚਾਹੀਦੇ ਆ ਤੇ ਦਲਿਤਾਂ ਕੋਲ ਵੀ ਹੋਣੇ ਚਾਹੀਦੇ ਹਥਿਆਰ। ਉਹਨਾਂ ਕੋਲ ਤਾਂ ਪਹਿਲੇ ਹੈਗੇ। ਨਹੀਂ ਸੁਣ ਗੱਲ, ਮੈਂ ਤੁਹਾਨੂੰ ਦੱਸਦਾ, ਉਹਨਾਂ ਕੋਲ ਗੁਪਤ ਆ ਨਾ, ਪਰ ਅਸੀਂ ਕਹਿੰਦੇ ਉਹਨਾਂ ਨੂੰ ਸ਼ਰੇਆਮ ਦਿਓ ਤੇ ਸਾਨੂੰ ਵੀ ਦਿਓ ਹਥਿਆਰ। ਨਾਲੇ ਤਾਂ ਜਾਤ ਪਾਤ ਖਤਮ ਹੋ ਜਾਊ ਤੇ ਨਾਲੇ ਬਲਾਤਕਾਰ ਖਤਮ ਹੋ ਜੂਗੇ। ਕਿਸੇ ਸਰਕਾਰ ਨੂੰ ਰੱਖਿਆ ਕਰਨ ਦੀ ਲੋੜ ਨਹੀਂ ਪੈਣੀ, ਤੈਨੂੰ ਦੱਸ ਦੇਣਾ। ਇਹ ਬਲਾਤਕਾਰੀ ਲੋਕ, ਆਪਣੇ ਆਪ ਨੂੰ ਬਾਹਮਣ ਸਮਝਣ ਵਾਲੇ ਲੋਕ, ਉੱਚੀਆਂ ਜਾਂਦੇ ਡਰਪੋਕ ਆ, ਸਿਧਾਂਤ ਤੋਂ ਟੁੱਟੇ ਹੋਏ ਲੋਕ ਨੇ। ਜਿਹੜਾ ਲੋਕ ਨਾ ਬਲਾਤਕਾਰ ਹੁੰਦੇ ਆ ਉਹ ਸਿਧਾਂਤਕ ਨੇ, ਜਦੋਂ ਉਹਨੀ ਗੋਲੀ ਭਰਾਉਣੀ ਆ ਨਾ ਇਹਨਾਂ ਲੋਕਾਂ ਦੇ ਤਾਂ ਬਲਾਤਕਾਰ ਵੀ ਖਤਮ ਹੋ ਜੂਗੇ। ਇਹ ਮੁੰਡਿਆਂ ਨੂੰ ਲੁਕਾਉਂਦੇ ਫਿਰੂਗੇ, ਇਹ ਬਚਪਨ ਤੋਂ ਸਿੱਖਿਆ ਦਿਆ ਕਰੂਗੇ। ਉਹ ਕੁੜੀਆਂ ਨੂੰ ਦੇਖੀ ਦਾ ਨਹੀਂ, ਇਹ ਆਪਣੀਆਂ ਭੈਣਾਂ ਹੁੰਦੀਆਂ ਜਦੋਂ 5-10 ਦੀ ਗੋਲੀ ਵੱਜੀ। ਇਹ ਮੈਂ ਤੁਹਾਨੂੰ ਦੱਸ ਦੇਣਾ ਸਾਹਿਬ, ਇਹ ਕਾਨੂੰਨ ਨੇ ਨਹੀਂ ਕੰਟਰੋਲ ਕਰਨਾ, ਤੈਨੂੰ ਦੱਸ ਦੇਣਾ। ਕਾਨੂੰਨ ਤਾਂ ਉਹਨਾਂ ਦੇ ਮੁੱਠੀ 'ਚ ਆ। ਤਾਂ ਹੀ ਦੱਸਦਾ ਵੀ ਗਰੀਬਾਂ ਨੂੰ ਰੋਟੀ ਤਾਂ ਉਹਨੇ ਕਮਾ ਕੇ ਖਾਈ ਜਾਣੀ ਆ ਤੇ ਦਰਨਾਲੀਆਂ ਜ਼ਰੂਰ ਦੇ ਦੇਣ, ਦਰਨਾਲੀਆਂ ਦੇ ਦੇਣ, ਬਲਾਤਕਾਰ ਵੀ ਖਤਮ ਹੋ ਜੂਗੇ ਤੇ ਆ ਜਿਹੜਾ ਹਉਮੈ ਆ ਨਾ ਆਜ਼ਾਦਵਾਦੀ, ਇਹ ਵੀ ਖਤਮ ਹੋ ਜੂਗਾ, ਗਾਰੰਟੀ ਦਿੰਦਾ ਇਸ ਗੱਲ ਦੀ। ਜਾਂ ਤਾਂ ਬੈਠਕਰਾ ਕਰਕੇ ਦੇਖੇ ਕੋਈ ਗਰੀਬ ਦੇ ਹੱਥ ਹਥਿਆਰ ਹੋਵੇ, ਉਹਦੀ ਧੀ ਭੈਣਾਂ ਨੂੰ ਦੇਖ ਕੇ ਦੇਖੋ, ਉਹਨੂੰ ਗੋਲੀਆਂ ਕੱਢ ਕੇ ਖਾਣਾ, ਚੋਰੀ ਰੋਟੀ ਤਾਂ ਜੇਲ੍ਹ 'ਚ ਵੀ ਖਾਣੀ ਆ, ਬਾਹਰ ਹੱਥ ਧੱਕੇ ਲਾ ਕੇ ਖਾ ਕੇ ਖਾਂਦੇ ਆ ਤੇ ਜੇਲ੍ਹ 'ਚ ਸੌਖੀ ਮਿਲ ਜਾਂਦੀ, ਅਗਲਾ 5-7 ਮਾਰ ਕੇ ਅੰਦਰ ਚੱਲ ਜਾਂਦਾ। ਉਹਨਾਂ ਨੂੰ ਬਲਾਤਕਾਰ ਤਾਂ ਹੁੰਦੇ ਆ, ਬੈਠਕਰਾ ਤਾਂ ਹੁੰਦਾ, ਉਹਨਾਂ ਕੋਲ ਰੋਟੀ ਨਹੀਂ ਤੇ ਨਾ ਉਹਨਾਂ ਕੋਲ ਹਥਿਆਰ ਆ। ਮੈਂ ਦੱਸਦਾ, ਇਹ ਇਤਿਹਾਸ ਆ। ਫੂਲਨ ਦੇਵੀ, ਉਹ ਵਿਚਾਰੀ 10-12 ਸਾਲਾਂ ਦੀ ਬੱਚੀ ਸੀ ਜਦੋਂ ਉਹਨਾਂ ਜ਼ਾਲਮ ਲੋਕਾਂ ਨੇ ਉਹਦੀ ਇੱਜ਼ਤ ਲੁੱਟੀ। ਬਸ ਦੇਖ ਲਾ ਉਹਨੇ ਫਿਰ ਬਾਅਦ ਚ ਕੀਤਾ, ਬਾਈ ਠਾਕ ਮਾਰਤੇ। ਉਹਨੇ ਬਾਅਦ ਚ ਕੰਮ ਕੀਤਾ, ਬਹੁਤ ਹੀ ਵਧੀਆ ਕੀਤਾ, ਕਿੱਡਾ ਵੱਡਾ ਕੰਮ ਕੀਤਾ ਤੇ ਉਹਨੇ ਕਿੰਨਾ ਵਧੀਆ ਕੀਤਾ ਤੇ ਠਾਕਰ ਕਿੱਦਾਂ ਹੋਏ ਬੈਠੇ। ਇਹ ਮੇਰੇ ਮਿੱਤਰੋ, ਜਾਤ ਦਾ ਧਾਰੀ ਬੰਦਾ ਕਮਜ਼ੋਰ ਹੁੰਦਾ, ਕਰਨਾ ਪੈਣਾ, ਕਿਉਂਕਿ ਇਹ ਨਾ ਕੀਤਾ ਆਰਐਸਐਸ ਨੇ ਹਰ ਰੋਜ਼ ਉੱਥੇ ਧੀਆਂ ਭੈਣਾਂ ਹਥਿਆਰਾਂ ਦੀ ਮੰਗ ਕਰੋ। ਇੰਡੀਆ ਦੇ ਲੋਕ ਹਥਿਆਰਾਂ ਦੀ ਮੰਗ ਕਰੋ, ਭਾਈ ਸਾਨੂੰ ਆਰਡੀਨੈਂਸ ਜਾਰੀ ਕਰਕੇ ਹਥਿਆਰ ਦਵੋ, ਅਸੀਂ ਪ੍ਰੋਟੈਕਸ਼ਨ ਕਰਨੀ ਆਪਣੇ ਲੋਕਾਂ ਦੀ। ਬੇ ਹਥਿਆਰ ਇਹਨਾਂ ਨੂੰ ਵੀ ਦਿਓ, ਇਹ ਜਿਹੜੇ ਬਲਾਤਕਾਰੀ ਲੋਕ ਇਹਨਾਂ ਨੂੰ ਵੀ ਦਿਓ, ਕੋਈ ਲੋੜ ਨਹੀਂ, ਇਹਨਾਂ ਨੂੰ ਵੀ ਦਿਓ, ਕੋਈ ਪ੍ਰੋਬਲਮ ਨਹੀਂ। ਪਹਿਲਾਂ ਘੱਟੋ ਘੱਟ ਕਿਰਪਾਨ ਤਾਂ ਰੱਖਣ ਕੋਲ, ਆਹੋ ਕਿਰਪਾਨ ਰੱਖਣ। ਨਹੀਂ ਦੇਖੋ ਉਹਨਾਂ ਕੋਲ ਗੰਨਾ ਲੈਣ ਸਿੱਧੀਆਂ, ਕਿਹੜੀ ਗੱਲ ਆ, ਕਿਰਪਾਨ ਰੱਖਣ। ਹਥਿਆਰ ਬਹੁਤ ਜ਼ਰੂਰੀ ਆ। ਗੁਰੂ ਸਾਹਿਬ ਨੇ ਜਿਹੜੀ ਕਿਰਪਾਨ ਦਿੱਤੀ ਸੀ ਉਹ ਐਵੇਂ ਥੋੜਾ ਦਿੱਤੀ ਸੀ ਜਾ, ਉਹ ਕਿਰਪਾਨ ਦਿੱਤੀ ਇਸ ਕਰਕੇ ਸੀ ਵੀ ਜਦੋਂ ਸਿਧਾਂਤ ਤੋਂ ਬੰਦਾ ਜਿਹੜਾ ਇਹ ਆਪਣੇ ਆਪ ਨੂੰ ਦਵਾਜਾ, ਤੁਸੀਂ ਕਿਰਪਾਨ ਕੱਢੋ ਤੇ ਵਰਤੋ ਇਹਨੂੰ ਇਸ ਕੰਮ ਲਈ। ਇਹ ਤਾਂ ਪੁਜਾਰੀਵਾਦ ਆ ਗਿਆ, ਇਹਨਾਂ ਨੇ ਦੂਏ ਪਾਸੇ ਨੂੰ ਕਰ ਦਿੱਤੀਆਂ ਗੱਲਾਂ, ਸਵਿਚ ਕਰ ਦਿੱਤੀਆਂ। ਸੈਲਫ ਡਿਫੈਂਸ ਵਾਸਤੇ। ਹਾਂ, ਜੇ ਇਹ ਗੱਲਾਂ ਦੱਸੀਆਂ ਹੁੰਦੀਆਂ ਪ੍ਰਚਾਰਕਾਂ ਨੇ ਤਾਂ ਕੋ ਅੱਜ ਫੋਟੋ ਦਾ ਮਸਲਾ ਹੋਣਾ ਸੀ। ਜਿਹੜੇ ਪ੍ਰਚਾਰਕ ਆ ਉਹ ਫੋਟੋਆਂ ਦੇ ਮਸਲੇ ਛੇੜ ਕੇ ਰੌਲਾ ਪਾਉਣਾ ਚਾਹੁੰਦੇ ਆ, ਪਰ ਪ੍ਰਚਾਰ ਦੀ ਗੱਲ ਨਹੀਂ ਹੋਣਾ ਚਾਹੁੰਦੇ। ਮੇਰੇ ਕੋਲ ਕਿਤਾਬਾਂ ਪਈਆਂ ਜਿਹਦੇ ਵਿੱਚ ਭਗਤ ਸਾਹਿਬਾਨਾਂ ਦੇ ਗੁਰੂ ਸਾਹਿਬਾਨਾਂ 'ਚ
ਐਡਾ ਵੱਡਾ ਡਿਫਰੈਂਸ ਪਾ ਕੇ ਕਿਤਾਬਾਂ ਲਿਖੀਆਂ ਗਈਆਂ, ਉਹੀ ਪ੍ਰਚਾਰ ਕਰਦੇ ਰਹੇ ਆ, ਉਹ ਅਜੇ ਪ੍ਰੂਫ ਹੈ ਆਪਣੇ ਕੋਲ। ਯੈਸ ਉਹ ਬਾਜਾ ਗੁਰਦੁਆਰਿਆਂ ਵਿੱਚ ਮਨੂਵਾਦ ਦਾ ਪ੍ਰਚਾਰ ਕੀਤਾ, ਕ੍ਰਿਸ਼ਨ ਰਾਮ ਤੋਂ ਕੀ ਲੈਣਾ ਭਾਈ ਤੁਸੀਂ? ਸੰਵਿਧਾਨ ਕਹਿੰਦਾ ਹਿੰਦੂ ਧਰਮ ਨਹੀਂ, ਇਹ ਕਹਿੰਦੇ ਹਿੰਦੂ ਧਰਮ ਦਾ ਸਾਨੂੰ ਹਿੱਸਾ ਲਿਖਿਆ ਆ, ਤੇ ਹਿੰਦੂ ਧਰਮ ਵਾਲੀਆਂ ਹਰਕਤਾਂ ਸਾਰੀਆਂ ਕਰਦੇ ਆ। ਬਿਲਕੁਲ। ਅੱਛਾ, ਹੁਣ ਆਪਾਂ ਜ਼ਿਆਦਾ ਲੰਬਾ ਨਹੀਂ ਕਰਨਾ ਪ੍ਰੋਗਰਾਮ, ਹੁਣ ਆਪਾਂ 2 ਮਿੰਟ ਗੱਲ ਕਰਦੇ ਆ ਵੀ ਕਿਸਾਨ ਮਜ਼ਦੂਰ ਅੰਦੋਲਨ ਦਾ ਬਹੁਤ ਵਧੀਆ ਚੱਲ ਰਿਹਾ। ਇਹ ਉਹਨਾਂ ਕਬੀਰਾਂ ਨੂੰ ਬੇਨਤੀ ਕਰਨੀ ਆ ਜਿਨ੍ਹਾਂ ਨੇ ਅਜੇ ਵੀ ਇਹ ਰੌਲਾ ਫੜਦੰਬ ਮਚਾਇਆ ਸੋਸ਼ਲ ਮੀਡੀਆ 'ਚ ਵੀ, ਕਾਮਰੇਡ ਵਰਸਸ ਸਿੱਖ। ਉੱਧਰ RSS ਨੇ ਰੌਲਾ ਪਾਇਆ ਕਿ ਇਹ ਜਿਹੜੀ ਜੰਗ ਆ ਸਿੱਖ ਇਕੱਲੇ ਸਿੱਖਾਂ ਦਾ ਹੀ ਆ, ਜਾਂ ਉਹ ਕਹਿੰਦੇ ਆ ਖਾਲਿਸਤਾਨੀ ਵਰਸਸ ਹਿੰਦੁਸਤਾਨੀ। ਉਹਨਾਂ ਨੂੰ ਇਹ ਏਦਾਂ ਮੁੱਦਾ ਬਣਾ ਰਹੇ ਆ। ਸਾਡੇ ਜਿਹੜੇ ਲੋਕ, ਜਾਂ ਉਹਨਾਂ ਨੂੰ ਹੁਣ ਕੀ ਕਹੀਏ, ਭੁਲੱਕੜ ਕਹਿ ਲਈਏ ਜਾਂ ਭੁੱਲੇ ਹੋਏ, ਜੇ ਕਾਮਰੇਡ ਦਿੱਲੀ ਜਾ ਕੇ ਇੰਦਰਜੀਤ, ਜੇ ਕਾਮਰੇਡ ਦਿੱਲੀ ਜਾ ਕੇ ਇਹ ਗੱਲ ਕਹਿੰਦੇ ਆ ਵੀ ਅਸੀਂ ਸੇਵੇ ਇੱਕ ਕਰਾਂਗੇ, ਹਨਾ, ਅਸੀਂ ਨਹੀਂ ਬੇਤ ਕਰਾਂਗੇ, ਅਸੀਂ ਗੁਰਦੁਆਰੇ ਇੱਕ ਕਰਾਂਗੇ, ਜੇ ਕਾਮਰੇਡ ਇਹ ਗੱਲ ਕਹਿੰਦੇ ਆ, ਫਿਰ ਸਿੱਖ ਕੀ ਗੱਲ ਕਹੂਗੇ? ਜਿਹੜੇ ਸਿੱਖ ਉਹ ਕੀ ਗੱਲ ਕਹੂਗੇ? ਕਾਮਰੇਡ ਵਰਸਸ ਸਿੱਖ ਮਸਲਾ ਬਣਾਉਂਦੇ ਆ, ਤੇ ਉਹ ਤਾਂ ਕਹਿੰਦੇ ਅਸੀਂ ਸੇਵੇ ਇੱਕ ਕਰਾਂਗੇ। ਜਦ ਉਹਨਾਂ ਨੂੰ ਦੱਸਿਆ ਰਵਿਦਾਸ ਮਹਾਰਾਜ ਗੁਰਪੁਰਬ ਮਨਾਇਆ, ਰੌਲਾ ਪਾਇਆ। ਮੜੇ ਇੱਥੇ ਰੁਕ, ਜਿਹੜਾ ਉੱਥੋਂ ਉਹਨਾਂ ਨੇ ਸਟੇਜ ਤੋਂ ਆ ਗੱਲ ਕਹੀ ਆ ਕਿ ਅਸੀਂ ਸਾਰੇ ਸਮਾਜ ਨੂੰ ਇਕੱਠੇ ਕਰਾਂਗੇ, ਵੀ ਜਿਹੜਾ ਮਰ ਕੇ ਸਾਡੀ ਸਵਾਹ ਵੀ ਇੱਕ ਦੂਜੇ ਨੂੰ ਲੜਦੀ ਆ, ਨਫ਼ਰਤ ਆ, ਉਹ ਬੰਦ ਕਰਨ ਵਾਸਤੇ ਸੇਵੇ ਇੱਕ ਕਰਾਂਗੇ। ਇਹ ਹੁਕਮਨਾਮਾ ਅਕਾਲ ਤਖਤ ਤੋਂ ਜਾਰੀ ਹੋਣਾ ਚਾਹੀਦਾ, ਬਹੁਤ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ, ਸਾਰੇ ਤਖਤਾਂ ਤੋਂ ਹੋਣਾ ਚਾਹੀਦਾ ਸੀ। ਤੇ ਖਾਸ ਕਰਕੇ ਸਿੱਖ ਜਥੇਬੰਦੀਆਂ ਨੂੰ ਵੀ ਆਪਣੇ ਤੌਰ ਤੇ ਇਹੋ ਜਿਹੇ ਹੁਕਮਨਾਮੇ ਤੇ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਸੀਗੇ, ਐਕਸ਼ਨ ਲੈਣੇ ਚਾਹੀਦੇ ਸੀਗੇ, ਠੀਕ ਨਹੀਂ? ਮੈਂ ਅੱਗੇ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਵੀ ਅੱਜ ਤੱਕ ਪਿੰਡਾਂ ਦੇ ਵਿੱਚ ਜਦੋਂ ਮਜ਼ਦੂਰ ਨਾਲ ਧੱਕਾ ਹੋਇਆ ਜਾਂ ਕਿਸੇ ਹੋਰ ਬੰਦਿਆਂ ਦੇ ਨਾਲ ਪਿੰਡ ਦੇ ਵਿੱਚ ਧੱਕਾ ਹੋਇਆ, ਆਰਥਿਕ ਤੌਰ ਤੇ ਕੋਈ ਪ੍ਰੋਬਲਮ ਆਈ ਆ, ਤੇ ਇਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੀ ਐਕਸ਼ਨ ਲਿਆ, ਉਹਨਾਂ ਦੇ ਕੰਮ ਬਿਨਾਂ ਸ਼ੱਕ ਰਿਸ਼ਵਤ ਦੇ ਵਿਰੁੱਧ ਵੀ ਜਾ ਕੇ ਲੜੇ ਆ। ਸਿੱਖ ਜਥੇਬੰਦੀਆਂ ਉਹ ਆਪਣਾ ਧਾਰਮਿਕ ਕੰਮਾਂ 'ਚ ਬਿਜੀ ਸੀ, ਹੁਣ ਵੀ ਉੱਧਰ ਰਹਿਣਾ ਚਾਹੀਦਾ ਉਹਨਾਂ ਨੂੰ, ਆਪਣਾ ਪ੍ਰਚਾਰ ਕਰਨ। ਮੈਂ ਅੱਗੇ ਵੀ ਗੱਲ ਕਹੀ ਸੀ, ਪੱਠਾ ਮਜ਼ਦੂਰ, ਰੋੜੀ ਕੁੱਟਣ ਵਾਲੇ, ਸੜਕਾਂ ਵਾਲੇ, ਸਾਰਿਆਂ ਦੇ ਰੇਟ ਕਾਮਰੇਡ ਬੰਦੇ, ਉਹਨਾਂ ਨੂੰ ਉਹ ਕਾਮਰੇਡ ਹੈਲਪ ਕਰਦੇ ਉਹਨਾਂ ਦੀ। ਕਾਮਰੇਡ ਹੋਵੇ ਜਾਂ ਹਿੰਦੂ ਜਾਂ ਮੁਸਲਮਾਨ, ਮੈਂ ਗੱਲ ਕਰਦਾ ਵੀ ਸਿੱਖ ਕਿੱਥੇ ਚੱਲ ਜਾਂਦੇ ਉਸ ਵੇਲੇ, ਧਾਰਮਿਕ ਜਥੇਬੰਦੀਆਂ ਵਾਲੇ ਬੰਦੇ ਕਿੱਥੇ ਚੱਲ ਜਾਂਦੇ ਆ? ਕਿਉਂ ਮਜ਼ਦੂਰ ਨੂੰ ਮਜ਼ਦੂਰੀ ਨਹੀਂ ਮਿਲਦੀ? ਬਿਲਕੁਲ। ਪਿੰਡਾਂ 'ਚ ਕਿਉਂ ਬਾਈਕਾਟ ਹੁੰਦੇ ਲੋਕਾਂ ਦੇ? ਇਹ ਕਿੱਥੇ ਚੱਲ ਜਾਂਦੇ ਆ? ਇਹਨਾਂ ਦਾ ਤਾਂ ਫਰਜ਼ ਹੀ ਇਹ ਕੰਮ। ਯੂਪੀ ਦੇ ਵਿੱਚ ਬਲਾਤਕਾਰ ਹੁੰਦੇ, ਇਹ ਕਿੱਥੇ ਚੱਲ ਜਾਂਦੇ ਆ? ਬਿਲਕੁਲ। ਇਹ ਕੀ ਇਕੱਲੇ ਪੰਜਾਬ ਦਾ ਠੇਕਾ ਲਿਆ? ਪੰਜਾਬ 'ਚ ਵੀ ਹੋ ਰਿਹਾ ਆ, ਇਹਨੇ ਬਾਹਰ ਨਹੀਂ ਜਾਣਾ? ਉਹ ਅੱਗੇ ਇਹਨਾਂ ਨੂੰ ਪਹਿਲੀ ਗੱਲ ਆਪਾਂ ਬਹੁਤ ਵਾਰ ਸਮਝਾਇਆ ਸੀ, ਜਦੋਂ ਆਪਾਂ ਅੱਜ ਤੋਂ 20-15 ਸਾਲ ਜ਼ਿਆਦਾ ਆਪਾਂ ਪ੍ਰਚਾਰ ਕੀਤਾ, ਇੰਡੀਆ 'ਚ ਵੀ ਹੋਇਆ, ਉਹਦਾ ਰੰਗ ਵੈਸੇ ਦਿਸ ਪਿਆ। ਅੱਜ ਜਿਹੜੇ ਗਿਆਨੀ ਦਿੱਤ ਸਿੰਘ ਨਾਲ ਕੀ ਹੋਇਆ, ਗੁਰਮੁਖ ਸਿੰਘ ਨਾਲ ਕੀ ਹੋਇਆ? ਜੇ ਉਹ ਕੋਈ ਸਿੱਖ ਗਰੀਬਾਂ ਚੋਂ ਸਿੱਖ ਬਣਦਾ ਤਾਂ ਵਿਤਕਰਾ ਹੁੰਦਾ, ਸ਼ਰੇਆਮ ਕਰਦੇ ਵਿਤਕਰਾ। ਤੇ ਦੂਜੀ ਗੱਲ, ਉਹ ਫੋਟੋ ਤੇ ਰੌਲਾ ਪਾਉਣ ਲੱਗੇ ਵਾ ਵੀ ਜਦੋਂ ਤੁਸੀਂ ਵਿਤਕਰਾ ਕਰਦੇ ਹੋ ਜੋ ਮਰਜ਼ੀ ਕਰ ਲਓ। ਮੈਂ ਕਿਹਾ ਹੁਣ ਫੋਟੋ ਦਾ ਮਸਲਾ ਕੋਈ, ਇਹਦਾ ਸੋਲੂਸ਼ਨ ਦੱਸ ਫਿਰ ਕੀ ਕਰ, ਆਪਣੇ ਮਿੱਤਰਾਂ ਨੂੰ ਦੱਸ, ਮਿੱਤਰਾਂ ਦੋਸਤਾਂ ਨੂੰ ਦੱਸ ਕੇ। ਦੇਖੋ, ਫੋਟੋ ਤਾਂ ਜਦੋਂ ਅਸਲੀ ਹੈ ਨਹੀਂ, ਚਾਹੇ ਕੋਈ ਪੱਗ ਬੰਨ੍ਹਵੇ ਚਾਹੇ ਕੋਈ ਪੱਗ ਨਾ ਬੰਨੇ, ਮਨੂਵਾਦੀ ਪੱਗ ਬੰਨਣ ਵਾਲਾ ਤੇ ਜਿਹੜਾ ਨਹੀਂ ਬੰਨਦਾ ਉਹ ਵੀ ਮਨੂਵਾਦੀ ਮੈਂ ਤਾਂ ਕਹੂੰਗਾ। ਜਦੋਂ ਫੋਟੋ ਅਸਲੀ ਨਹੀਂ, ਇੱਕ ਕਹਿੰਦਾ ਮੈਂ ਪੱਗ ਬੰਨ ਕੇ ਦੇਖਣੀ ਆ, ਮੱਥਾ ਟੇਕਣਾ, ਇੱਕ ਕਹਿੰਦਾ ਮੈਂ ਬਿਨਾਂ ਪੱਗ ਬੰਨੀ ਤੋਂ ਮੱਥਾ ਟੇਕਣਾ, ਇਹ ਦੋਨੋਂ ਮਨੂਵਾਦੀ ਨਾ ਹੋਏ? ਇਹ ਤਾਂ ਮੂਰਤੀ ਪੂਜਾ ਦਾ ਗੁਰੂ ਗ੍ਰੰਥ ਸਾਹਿਬ ਦਾ ਕੰਸੈਪਟ ਹੀ ਨਹੀਂ। ਮੈਂ ਉਸ ਗੱਲ ਨਾਲ ਤਾਂ ਐਗਰੀ ਆ ਵੀ ਕੰਸੈਪਟ ਹੈ ਨਹੀਂ, ਪਰ ਇਹ ਫੋਟੋ ਯੁੱਗ ਸ਼੍ਰੋਮਣੀ ਕਮੇਟੀ ਐਕਸ਼ਨ ਨਹੀਂ ਲੈਂਦੀ। ਦੇਖੋ, ਅਕਾਲ ਤਖਤ ਤੋਂ ਸਿੱਖ ਕਲੇਮ ਕਰਨ ਕਿ 35 ਸਾਡੇ ਗੁਰੂ ਆ, ਅਸੀਂ ਕਿਸੇ ਦੀ ਤਸਵੀਰ ਨਹੀਂ ਬਣ ਦੇਣੀ। ਮੁਸਲਮਾਨਾਂ ਨੇ ਮੁਹੰਮਦ ਜੀ ਦੀ ਤਸਵੀਰ ਨਹੀਂ ਬਣ ਦਿੱਤੀ, ਜਾਂ ਤਾਂ ਕੋਈ ਬਣਾ ਕੇ ਦੇਖੇ ਦੁਨੀਆ ਤੇ ਤਸਵੀਰ। ਬਹੁਤ ਬਣਵਾਈਆਂ ਬਾਬੇ ਨਾਨਕ ਦੀਆਂ ਤਸਵੀਰਾਂ, ਉਹਨੇ ਆਪ ਬਣਵਾਈ। ਤੇ ਇਹੀ ਤਾਂ ਗੱਲ ਆ। ਹੁਣ ਮਨੂਵਾਦੀ ਤਾਂ ਤੁਹਾਡੇ ਸੈਂਟਰ 'ਚ ਬੈਠੇ ਉੱਥੇ, ਉਹ ਤਾਂ ਪ੍ਰਮੋਟ ਕਰਦੇ ਹਰ ਚੀਜ਼ ਨੂੰ। ਹੋ ਸਕਦਾ ਉਹਨੇ ਕਿਹਾ ਹੋਵੇ ਵੀ ਭਾਈ ਰਵਿਦਾਸ ਮਹਾਰਾਜ ਦੀ ਦਸਤਾਰ ਵਾਲੀ ਨਾ ਬਣਾ ਦਿਓ ਕਿਤੇ। ਨਹੀਂ, ਜਿਹੜਾ ਆ ਹੁਣ ਇੱਕ ਡਰਾਮਾ, ਜਿਹੜਾ ਕੋਈ ਜਲੂਸ ਨਿਕਲ ਰਿਹਾ, ਆਪਾਂ ਨਹੀਂ ਚਾਹੁੰਦੇ ਚੀਜ਼ ਨੂੰ ਹਾਈਲਾਈਟ ਕਰੇ, ਕਿਉਂਕਿ ਆਪਣਾ ਕਿਸਾਨ ਮਜ਼ਦੂਰ ਅੰਦੋਲਨ ਦੇ ਵਿੱਚ ਸਾਰੇ ਭਰਾ ਇਕੱਠੇ। ਦੇਖੋ, ਟਾਈਮ ਇਕੱਠੇ ਹੋਣ ਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬਹੁਤ ਵਧੀਆ ਪਹਿਲਾਂ ਪ੍ਰਚਾਰ ਕੀਤਾ, ਈਵਨ ਕਿ ਆਪਣੇ ਕੋਲ ਮੰਨਿਆ ਕਿ ਸਾਡੇ ਗੁਰੂ ਆ ਰਵਿਦਾਸ ਮਹਾਰਾਜ, ਤੇ ਉਹਨੇ ਕਿਹਾ ਵੀ ਆ ਸਾਡੇ ਰਵਿਦਾਸ ਮਹਾਰਾਜ ਗੁਰੂ ਆ। ਉਹ ਬਾਬਾ ਸਾਹਿਬ ਦੀ ਗੱਲ ਵੀ ਹੁਣ ਕਰਨ ਲੱਗ ਪਏ ਆ। ਆਪਾਂ ਨੂੰ ਇੰਨਾ ਗੁੱਸਾ ਨਹੀਂ ਦਿਖਾਉਣਾ ਚਾਹੀਦਾ। ਫੋਟੋ ਕਲਪਨਿਕ ਆ, ਫੋਟੋ ਬਿਲਕੁਲ ਕਲਪਨਿਕ ਆ, ਚਾਹੇ ਉਹ ਦਸਤਾਰ ਵਾਲੀ ਆ
ਚਾਹੇ ਬਿਨਾਂ ਦਸਤਾਰ ਤੋਂ। ਫੋਟੋਆਂ ਮਗਰ ਨਹੀਂ ਜਾਣਾ ਚਾਹੀਦਾ, ਤੇ ਨਾ ਮੂਰਤੀਆਂ ਮਗਰ, ਤੇ ਨਾ ਮੂਰਤੀਆਂ ਨੂੰ ਮੱਥੇ ਟੇਕਣੇ, ਨਾ ਫੋਟੋਆਂ ਨੂੰ ਮੱਥੇ ਟੇਕਣੇ। ਜਿਹੜਾ ਸਿਧਾਂਤ ਆ ਬਰਾਬਰਤਾ ਦਾ, ਇਕੁਅਲਿਟੀ, ਫਰੀडम ਐਂਡ ਜਸਟਿਸ ਦਾ, ਉਹਨੂੰ ਅਪਣਾਓ। ਤੇ ਆਪਾਂ ਇਹੋ ਜਿਹੇ ਪ੍ਰਚਾਰਕ ਦੀ ਵਿਰੋਧਤਾ ਨਾ ਕਰੀਏ ਜਿਹੜਾ ਘੱਟੋ ਘੱਟ ਹੁਣ ਉਹਨੂੰ ਸਮਝ ਆਉਣ ਲੱਗ ਪਈ, ਉਹ ਗੱਲ ਸਹੀ ਕਰਨ ਲੱਗ ਪਿਆ, ਰਾਈਟ। ਤੇ ਦੂਜੀ ਗੱਲ, ਅਸੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜਿਹੜੀ ਕਿਤਾਬ ਸਾਨੂੰ ਤੁਹਾਨੂੰ ਦਿੱਤੀ ਸੀ, ਉਹਨੂੰ ਜਿਹੜਾ ਜਿਹਨੇ ਲਿਖੀ ਆ ਉਹਨੂੰ ਅਕਾਲ ਤਖਤ ਤੇ ਸੱਦ ਕੇ ਉਹ ਮਾਫੀ ਮੰਗੇ ਲੋਕਾਂ ਚ, ਵੀ ਉਹ ਦੱਸੇ ਕਿ ਮੈਂ ਗਲਤ ਹਾਂ, ਇਹ 35 ਮਹਾਂਪੁਰਸ਼ਾਂ ਦੀ ਬਾਣੀ ਜਿਹੜੀ ਉਹ ਬਰਾਬਰ। ਜੇ ਉਹ ਸਹੀ ਪ੍ਰਚਾਰਕ ਆ, ਉਹਨਾਂ ਕੋਲ ਕਿਤਾਬਾਂ ਹੀ ਦਿੱਤੀਆਂ, ਧੁੰਦੇ ਨੂੰ ਵੀ ਦਿੱਤੀ ਆ, ਭਾਈ ਸਾਹਿਬ ਭਾਈ ਨੂੰ ਵੀ ਦਿੱਤੀ ਆ, ਤੇ ਇਹ ਅਕਾਲ ਤਖਤ ਤੇ ਉਹਨਾਂ ਨੂੰ ਬੁਲਾਉਣ ਤੇ ਲੋਕਾਂ ਦੇ ਮਨ ਚ ਬਰਾਬਰਤਾ ਆਵੇ। ਆਪਣਾ ਸੰਤ ਦਿਲਬਾਗ ਸਿੰਘ ਜੀ, ਹਾਂਜੀ, ਰਵਿਦਾਸੀਆ ਸਮਾਜ ਦਾ, ਖਾਸ ਕਰਕੇ ਰਵਿਦਾਸੀਆ ਸਮਾਜ ਦੇ ਜਦੋਂ ਉਹਨਾਂ ਤੁਸੀਂ ਰਵਿਦਾਸੀਆ ਸਮਾਜ ਕਹਿੰਦੇ ਆ, ਮੈਨੂੰ ਏਦਾਂ ਲੱਗਦਾ ਕਿ ਜਿੱਦਾਂ ਤੁਸੀਂ ਰਵਿਦਾਸ ਮਹਾਰਾਜ ਦੀ ਇੱਜ਼ਤ ਨਹੀਂ ਕਰਦੇ ਹੁੰਦੇ। ਨਹੀਂ, ਮੈਂ ਤੁਹਾਨੂੰ ਦੱਸ, ਹੁਣ ਆਪਾਂ ਤਾਂ ਕਹਿੰਦੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ। ਹੁਣ ਜੇ ਕਹੇ ਮੈਂ ਰਵਿਦਾਸੀਆਂ ਜਾਂ ਤੂੰ ਕਹੇ ਉਹ ਰਵਿਦਾਸੀਆ, ਮੈਂ ਇਸ ਚੀਜ਼ ਨੂੰ ਹੁਣ ਨਾਨਕਸਰੀਆ, ਵਟ ਇਜ਼ ਦਾ ਮੀਨਿੰਗ ਆਫ ਨਾਨਕਸਰੀਆ? ਮੈਂ ਤਾਂ ਪਹਿਲੇ ਹੀ 20 ਸਾਲ ਪਹਿਲਾਂ ਮੈਂ ਗੱਲ ਕਰਦਾ, ਇਸ ਕਰਕੇ ਉਹਨਾਂ ਦੇ ਮਗਰ ਲੱਗ ਕੇ ਤੂੰ ਕਿੱਦਾਂ ਕਹੀ ਜਾਂਦਾ ਰਵਿਦਾਸੀਆ ਸਮਾਜ? ਮੈਂ ਆਪਾਂ ਜਿਹੜੇ ਮੈਂ ਦੱਸਦਾ, ਸਾਡੇ ਭਰਾ ਆ, ਭਾਰਤ ਦੇ ਮੂਲ ਵਾਸੀ ਆ, ਅਸੀਂ ਸਾਰੇ 85% ਮੂਲ ਵਾਸੀ ਆ, ਅਸੀਂ ਰਾਜ ਭਾਗ ਲੈਣਾ ਬਰਾਬਰਤਾ ਦੇ ਆਧਾਰ ਤੇ ਉਹ ਕਿਸੇ ਇੱਕ ਨੂੰ ਕੋਈ ਬੰਦਾ ਫੋਲੋ ਨਹੀਂ ਕਰਦਾ। ਦੱਸਣ ਲੱਗਾ ਮੈਂ ਲੌਜਿਕ ਤੈਨੂੰ ਇਹ ਜਿਹੜੀ ਗੱਲ ਕਰਨ ਲੱਗਿਆ, ਇਸ ਵੇਲੇ ਮਸਲਾ ਜਿਹੜਾ ਆ ਉਹ ਜੇ ਸਾਡੇ ਸੰਤ ਆ ਨਾ, ਜਿਹੜੇ ਬਾਬੇ ਆ, ਹੁਣ ਜਦੋਂ ਮੈਂ ਬਾਬੇ ਦੂਏ ਕਰਨੇ, ਹੁਣ ਲੈ ਲਾ ਜਿਹੜੇ ਆਪਣੇ ਰੂਮੀ ਡੇਰੇ ਵਾਲਾ ਹੋਇਆ, ਜਾਂ ਹਰਨਾਮ ਸਿੰਘ ਘੁੰਮਾ ਹੋਇਆ, ਜਾਂ ਜਿਹੜੇ ਹੋਰ ਨਾਨਕਸਰ ਵਾਲੇ ਆ, ਦੇਖੋ ਉਹ ਤਾਂ ਵੰਡੀਆਂ ਪਾਉਣ ਵਾਲੇ ਆ। ਹਾਂਜੀ ਹਾਂਜੀ, ਉਹਨਾਂ ਨੂੰ ਤਾਂ ਮੈਂ ਉਹਨਾਂ ਨੂੰ ਰਵਿਦਾਸੀਆ ਸਮਾਜ ਦੇ, ਮੈਂ ਦੱਸੂਗਾ ਵੀ ਉਹਨਾਂ ਦੇ ਹੱਥ 'ਚ ਡੋਰ ਆ ਮਸਲਾ ਸੁਲਝਾਉਣ ਦੀ, ਤਾਂ ਮੈਂ ਤਾਂ ਤੈਨੂੰ ਗੱਲ ਕਹਿ ਰਿਹਾ। ਬਾਬੇ ਰਵਿਦਾਸ ਦੀ ਦੇਖੋ, ਜਦੋਂ ਸਤਿਗੁਰ ਬਾਬੇ ਰਵਿਦਾਸ ਮਹਾਰਾਜ ਦੀ ਫੋਟੋ ਨੰਗੇ ਸਿਰ ਵਾਲੀ ਲਾਈ ਆ, ਤੇ ਜਿੰਨੇ ਉਸ ਬਾਬੇ ਰਵਿਦਾਸ ਜੀ ਨੂੰ ਮੰਨਣ ਵਾਲੇ ਸੰਤ, ਖਾਸ ਕਰਕੇ ਸੰਤ ਬਾਬੇ, ਉਹਨਾਂ ਦੇ ਦਾੜੇ ਵੀ ਆ, ਉਹਨੇ ਪੱਗਾਂ ਵੀ ਬੰਨੀਆਂ ਹੋਈਆਂ, ਸਾਰੇ ਆ ਜਿੰਨੇ। ਕੀ ਇਹ ਮੈਚਿੰਗ ਹੁੰਦੀ ਹੈਗੀ ਆਪਸ ਵਿੱਚ? ਮੈਂ ਤੁਹਾਨੂੰ ਦੱਸਿਆ ਵੀ ਇਹ ਸਿਰਫ ਬਿਜ਼ਨਸ ਵਾ। ਹੁਣ ਤੂੰ ਦੱਸ, ਉਹਨਾਂ ਨੂੰ ਬੇਨਤੀ ਕਰਨੀ ਹੈ ਭਾਈ, ਕਈ ਗੁਰਦੁਆਰੇ ਇਦਾਂ ਖੋਲੇ ਆ ਟੈਕਸ ਮਨੀ ਦੇ ਲਈ, ਗੁਰਦੁਆਰੇ ਟੈਕਸ ਮਨੀ ਬਿਜ਼ਨਸਮੈਨਾਂ ਨੇ ਖੋਲੇ ਆ। ਇਦਾਂ ਹੀ ਮੇਰੇ ਵੀਰੋ, ਜਿਹੜੇ ਹੁਣ ਰਵਿਦਾਸ ਮਹਾਰਾਜ ਤਾਂ ਨੰਗੇ ਸਿਰ ਦੀ ਫੋਟੋ ਰੱਖੀ ਆ, ਪੱਗ ਬੰਨੀ ਆ, ਇਹ ਤਾਂ ਜਿਹਨੇ ਲੈ ਕੇ ਦਿੱਤੀ ਪੱਗ ਤੁਹਾਨੂੰ, ਉਹਦੇ ਨਹੀਂ ਚੰਗੀ ਲੱਗਦੀ, ਪਰ ਤੁਹਾਨੂੰ ਚੰਗੀ ਲੱਗਦੀ ਆ। ਆ ਬੜਾ ਇਹੀ ਮੈਂ ਲੌਜਿਕ ਤੈਨੂੰ ਕਹਿੰਦਾ ਸੀਗਾ, ਇਹ ਲੌਜਿਕ ਆਪਣੇ ਜਿਹੜਾ ਬੰਦਾ ਕਹਿੰਦਾ ਇਹ ਪੱਗ, ਕੇਸ, ਦਾੜਾ, ਕਿਰਪਾਨ ਰਵਿਦਾਸ ਮਹਾਰਾਜ ਨੇ ਨਹੀਂ ਲੈ ਕੇ ਦਿੱਤੀ, ਕਬੀਰ ਮਹਾਰਾਜ ਨੇ ਨਹੀਂ ਲੈ ਕੇ ਦਿੱਤੀ, ਬਾਬਾ ਨਾਮਦੇਵ ਜੀ ਨੇ ਨਹੀਂ ਲੈ ਕੇ ਦਿੱਤੀ, ਸਾਡੇ ਨਾਲ ਗੱਲ ਕਰੇ, ਉਹਨਾਂ ਨੇ ਲੈ ਕੇ ਦਿੱਤੀ ਹੈ। ਇਹ ਤਾਂ ਸਿਰਫ ਮਨੂਵਾਦੀ ਲੋਕਾਂ ਨੇ ਕਹਿਤਾ ਸਾਡੇ 10 ਗੁਰੂ ਹੁੰਦੇ ਆ। ਇਹ ਤਾਂ ਜਿਹੜੇ ਮਨੂਵਾਦੀ ਜਿਹਨਾਂ ਨੇ ਕਬਜ਼ਾ ਕਰ ਲਿਆ, ਆਪਣੇ ਆਪ ਨੂੰ ਉੱਚੀ ਜਾਤ ਦਾ ਕਹਿਣ ਲੱਗ ਪਏ, ਉਹ ਕਹਿੰਦੇ ਆ ਵੀ ਉਹਨਾਂ ਦੇ ਫਲਸ ਵਿੱਚ ਹਿੰਦੂਵਾਦ ਦੀ ਬੋ ਆਉਂਦੀ ਹੈ, ਕਿਉਂਕਿ ਉਹ ਗਿਆਨੀ ਨਹੀਂ, ਉਹ ਨੌਲੇਜ ਨਹੀਂ ਉਹਨਾਂ ਨੂੰ। ਇਹ ਮੇਰੇ ਭਰਾਵੋ ਤੁਹਾਡਾ ਆਜ਼ਾਦੀ ਦਾ ਕਨਸੈਪਟ ਸੀ, ਬੇਗਮਪੁਰਾ ਖਾਲਸਾ ਰਾਜ ਦਾ ਕਨਸੈਪਟ ਸੀ, ਇਹ 85% ਲੋਕਾਂ ਦੀ ਆਜ਼ਾਦੀ ਦਾ ਕਨਸੈਪਟ ਸੀ। ਬ੍ਰਾਹਮਣ ਖੱਤਰੀ ਵੈਸ਼ ਵੀ ਇਹ ਕਨਸੈਪਟ ਵਿੱਚ ਆ ਸਕਦਾ ਆਪਣਾ ਵਰਨ ਛੱਡ ਕੇ, ਪਰ ਉਹ ਆਏ ਤੁਹਾਨੂੰ ਵੀ ਗੁੰਮਰਾਹ ਕਰ ਗਏ। ਦਿਲਬਾਗ ਸਿੰਘ ਜੀ, ਆਪਣਾ ਹੁਣ ਪ੍ਰੋਗਰਾਮ ਮੇਰਾ ਆਪਾਂ ਡਨ ਕਰ ਦਈਏ, ਕਿਉਂਕਿ ਆਪਾਂ ਇਹ ਇਤਿਹਾਸ ਤਾਂ ਸੈਂਕੜੇ ਵਾਰੀ ਇਹਨਾਂ ਨੂੰ ਆਪਾਂ ਸੁਣਾ ਚੁੱਕੇ ਆ, ਤੇ ਬਾਰ-ਬਾਰ ਬਾਕੀ ਇਹ ਆ ਸਾਰਿਆਂ ਵੀਰਾਂ ਨੂੰ ਬੇਨਤੀ ਆ, ਕਿਸਾਨ ਮਜ਼ਦੂਰ ਜਿਹੜੀ ਏਕਤਾ, ਇਹਦੇ ਵਿੱਚ ਕੋਈ ਫੁੱਟ ਨਹੀਂ ਪੈਣੀ ਚਾਹੀਦੀ। ਦਿੱਲੀ ਚੱਲੋ, ਔਰ ਦੂਜੀ ਗੱਲ ਉੱਥੇ ਜਾ ਕੇ ਆਪਣੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਆ 100% ਉਹ ਬੇਜ਼ਮੀਨੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ। ਕਿਹਨਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ? ਜਿਨ੍ਹਾਂ ਨੂੰ ਬ੍ਰਾਹਮਣ ਦਲਿਤ ਕਹਿੰਦਾ, ਮੈਂ ਨਹੀਂ ਦਲਿਤ ਕਹਿੰਦਾ, ਬ੍ਰਾਹਮਣ ਕਹਿੰਦਾ, ਰਾਈਟ, ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਪੰਚਾਇਤੀ ਜ਼ਮੀਨਾਂ, ਕਿਉਂਕਿ ਉਹ ਵੀ ਉਹਨਾਂ ਜ਼ਮੀਨਾਂ ਵਿੱਚ ਜਾ ਕੇ ਪੱਠੇ ਲੈ ਕੇ ਆਉਣ, ਫਸਲਾਂ ਬੀਜਣ, ਉਹ ਦੂਜਿਆਂ ਦੀਆਂ ਜ਼ਮੀਨਾਂ ਵਿੱਚ ਜਾ ਕੇ ਧੱਕੇ ਨਾ ਖਾਣ। ਇਹ ਗੱਲ ਵੀ ਕਰੋ, ਤੇ ਨਾਲੇ ਉੱਥੇ ਗੱਲ ਕਰੋ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ। ਇਹ ਬੜੀ ਇੰਪੋਰਟੈਂਟ, ਇਹ ਬਹੁਤ ਇੰਪੋਰਟੈਂਟ ਗੱਲ ਆ। ਤੇ ਉਹਨਾਂ ਲੋਕਾਂ ਨੂੰ ਦੱਸੋ ਮੰਡਲ ਕਮਿਸ਼ਨ ਕੀ ਆ, ਬਾਬਾ ਸਾਹਿਬ ਅੰਬੇਡਕਰ ਨੇ ਤੁਹਾਡੇ ਲਈ ਕੀ ਕੀਤਾ, ਉਹਨਾਂ ਦੇ ਸਟੇਜਾਂ ਤੇ ਦੱਸੋ ਭਰਾਵੋ ਤੁਸੀਂ ਸ਼ੂਦਰ ਆ,
ਤੁਸੀਂ ਸ਼ੂਦਰਾਂ 52% ਤੁਸੀਂ ਲੋਕ ਹੋ, ਤੁਹਾਡੇ ਹੱਕ ਲਿਖਿਆ ਸੰਵਿਧਾਨ 'ਚ। ਇਹ ਗੱਲਾਂ ਜਾ ਕੇ ਦਿੱਲੀ ਕਰੋ, ਉਹਨਾਂ ਦੇ ਦਿਮਾਗ ਵਿੱਚ ਪਾਓ। ਲੜਾਈ ਵੱਡੀ ਆ, ਇਹ ਲੜਾਈ ਇਕੱਲੇ 3 ਕਾਨੂੰਨਾਂ ਦੀ ਨਹੀਂ, ਇਹ ਲੜਾਈ ਵੱਡੀ ਆ। ਉਹਨੇ ਜ਼ਮੀਨਾਂ ਖੋਹਣ ਦੀ ਗੱਲ ਕੀਤੀ ਆ ਕਿ ਉਹ ਸ਼ੂਦਰ ਜ਼ਮੀਨ ਦਾ ਹੱਕਦਾਰ ਨਹੀਂ ਹੈਗਾ। ਜਿਹੜਾ ਸ਼ੂਦਰ ਆ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ। ਤੇ ਮਨੁਸਿਮਰਤੀ ਦੇ ਮੁਤਾਬਕ ਉਹ ਤੁਹਾਨੂੰ ਕੰਟਰੋਲ ਕਰਨਾ ਚਾਹੁੰਦਾ, ਤੇ ਤੁਸੀਂ ਵੀ ਉਸੇ ਪਲੇਟਫਾਰਮ ਤੋਂ ਜੰਗ ਲੜੋ ਵੀ ਜੇ ਤੂੰ ਸਾਨੂੰ 85% ਸਾਨੂੰ ਸ਼ੂਦਰ ਕਹਿਣਾ ਤੇ ਰਾਜ ਭਾਗ ਅਸੀਂ ਕਰਾਂਗੇ ਉੱਤਰ ਥੱਲੇ। ਇਹ ਐਦਾਂ ਲੜਾਈ ਲੜਨੀ ਪੈਣੀ ਹੈ ਤੁਹਾਨੂੰ ਮਿੱਤਰੋ। ਇਸ ਕਰਕੇ ਇਹਦੇ ਵਿੱਚ ਕੋਈ ਵਿਘਨ ਨਾ ਪਾਓ। ਫੋਟੋ ਦਾ ਮਸਲਾ ਨਾ ਲੈ ਕੇ ਆਓ, ਗਲਤ ਗਲਤ ਦਾ ਨਾ ਲੈ ਕੇ ਆਓ, ਦਾ ਨਾ ਲੈ ਕੇ ਆਓ, ਬੈਕਰੇ ਦਾ ਨਾ ਲੈ ਕੇ ਅੱਗੇ ਵਧੋ। ਮੈਂ ਮਾੜਾ ਕਲੀਅਰ ਕਰ ਦਵਾਂ ਵੀ ਜਦੋਂ ਅਸੀਂ ਗੱਲ ਕਰਨੇ ਆ ਵੀ ਉਹ 85% ਨੂੰ ਸ਼ੂਦਰ ਸਮਝਦਾ, ਬਿਲਕੁਲ ਸਮਝਦਾ। ਜਦੋਂ ਅਸੀਂ ਇਹ ਗੱਲ ਕਹਿੰਦੇ ਕਿ ਸ਼ੂਦਰ ਸਮਝਦਾ ਤੇ ਕੁਝ ਸਾਡੇ ਜਿਹੜੇ ਵੀਰ, ਸਾਡੇ ਭੈਣਾਂ, ਸਾਡੇ ਭਰਾ ਗੁੱਸਾ ਕਰ ਲੈਂਦੇ ਆ ਤੁਸੀਂ ਇਹ ਸ਼ਬਦਾਂ ਵਰਤੋ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ ਉਹ ਬੜਾ ਸ਼ੈਤਾਨ ਆ। ਉਹਨੂੰ ਵੀ ਪਤਾ ਆ ਸਿਸਟਮ ਨੂੰ ਵੀ ਜਦੋਂ ਮੈਂ ਸ਼ੂਦਰ ਕਹਿਣਾ ਇਹ ਨਹੀਂ ਗੁੱਸਾ ਕਰਨਾ, ਉਹ ਸ਼ਬਦ ਬਦਲ ਦਿੰਦਾ। ਉਹਨੇ ਹੁਣ ਸ਼ਬਦ ਪਤਾ ਕਿਹੜਾ ਵਰਤਿਆ? ਪਰਜੀਵੀ। ਪਰਜੀਵੀ ਦਾ ਮਤਲਬ ਹੁੰਦੇ ਹੀ ਆ ਉਹ ਵੀ ਗੰਦੇ ਕੀੜੇ, ਗੰਦਗੀ ਦੇ ਕੀੜੇ, ਗੰਦਗੀ ਦੇ ਕੀੜੇ, ਦੂਜੇ ਦੇ ਡਿਪੈਂਡ ਹੋਣ ਵਾਲੇ, ਦੂਜੇ ਦਾ ਗੰਦ ਖਾਣ ਵਾਲੇ, ਦੂਜੇ ਦੀ ਝੂਠ ਖਾਣ ਵਾਲੇ, ਦੂਜੇ ਦੇ ਉੱਪਰ ਜ਼ਿੰਦਗੀ ਜਿਉਣ ਵਾਲੇ ਢੇਡ। ਇਸ ਕਰਕੇ ਬਾਹਰ ਮੈਂ ਬਹੁਤ ਸਮਝਾਉਣਾ ਇਹਨਾਂ ਨੂੰ, ਗੱਲ ਦੱਸ ਦੇਣਾ ਵੀ ਉਹ ਆਪਣੇ ਸ਼ਬਦਾਂ ਦੇ ਅਰਥ ਉਹੀ ਰੱਖਦਾ, ਪਰ ਸਮੇਂ-ਸਮੇਂ ਤੇ ਸ਼ਬਦ ਬਦਲਦਾ ਰਹਿੰਦਾ ਹੈ। ਇਹ ਫੋਟੋਆਂ ਦੇ ਮਸਲੇ ਵਿੱਚ ਆ ਕੇ ਏਕਤਾ ਨਹੀਂ ਤੋੜਨੀ ਮੇਰੇ ਵੀਰੋ। ਸਟੇਜਾਂ ਤੇ ਜਾ ਕੇ ਹੁਣ ਤੁਹਾਡੇ ਕੋਲ ਟਾਈਮ ਆ, ਅੰਬੇਡਕਰਾਈਜ਼ ਲੋਕਾਂ ਦੇ ਕੋਲ। ਦੱਸੋ ਮੰਡਲ ਕਮਿਸ਼ਨ ਕੀ ਆ, ਦੱਸੋ ਆਰਟੀਕਲ 340 ਕੀ ਆ। ਜਿਹੜੇ ਕਹਿੰਦੇ ਰਹੇ ਰਿਜ਼ਰਵੇਸ਼ਨ ਦਾ ਭੀਖ, ਉਹਨੂੰ ਦੱਸੋ ਰਿਜ਼ਰਵੇਸ਼ਨ ਹੈ ਕੀ ਆ। ਹੁਣ ਤੁਹਾਡੇ ਕੋਲ ਟਾਈਮ ਉਹਨਾਂ ਦੀਆਂ ਸਟੇਜਾਂ ਤੇ ਜਾ ਕੇ ਦੱਸਣ ਦਾ। ਆਪਣੇ ਗੁਰਪ੍ਰੀਤ ਸਿੰਘ ਹੁਣੀ ਵੀ ਸੁਣ ਰਿਹਾ ਹੈਗਾ, ਨਾਲ ਸੁਣ ਰਿਹਾ ਗੱਲਬਾਤ। ਉਹ ਕਿਦੋਂ ਉਹ ਸੰਵਿਧਾਨ ਬਾਰੇ ਜਾਣਕਾਰੀ ਦਿੰਦੇ ਹੁੰਦੇ ਆ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਕੱਲ ਆਰਟੀਕਲ ਫੇਸਬੁੱਕ ਦੇ ਉੱਪਰ ਬੋਲ ਕੇ ਪਾ, ਕੱਲ ਬੋਲ ਕੇ। ਹੁਣ ਤੁਹਾਡੇ ਕੋਲ ਟਾਈਮ ਆ। ਜਿਹੜੇ ਲੋਕ ਤੁਹਾਨੂੰ ਨੀਵੀਂ ਜਾਤ ਦਾ ਕਹਿੰਦੇ ਰਹੇ ਉਹਨੂੰ ਦੱਸੋ ਵੀ ਹੁਣ ਤੁਸੀਂ ਸ਼ੂਦਰਾਂ ਤੋਂ ਜ਼ਮੀਨਾਂ ਖੋਹਣ ਲੱਗੇ। ਤੁਸੀਂ ਦੱਸੋ ਖੁੱਲ ਕੇ। ਆ ਫੋਟੋਆਂ ਦਾ ਰੌਲਾ ਪਾ ਕੇ ਕੀ ਬਹਿ ਗਿਆ? ਫੋਟੋਆਂ 'ਚ ਤੁਸੀਂ ਕੀ ਕੱਢਣਾ ਤੇ ਪੱਗ ਬੰਨ ਕੇ ਫੋਟੋ ਲੱਗ ਉਹਨੇ ਕੀ ਕੱਢਣਾ? ਇਹ ਦੱਸੋ। ਜੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੇ ਪੱਗ ਵਾਲੀ ਫੋਟੋ ਲਾ ਲਈ ਤਾਂ ਉਹਦੇ ਕੋਲ ਪੱਗ ਵਾਲੀਆਂ ਪਹਿਲਾਂ ਵੀ ਹੈਗੀਆਂ, ਗੁਰੂ ਨਾਨਕ ਦੇਵ ਦੀਆਂ, ਗੁਰੂ ਗੋਬਿੰਦ ਸਿੰਘ ਦੀਆਂ ਹੈਗੀਆਂ, ਤੇ ਕੀ ਕੱਢ ਲਿਆ? ਉਹੀ ਹੈ ਨਾ, ਜੋ ਕੱਖ ਨਹੀਂ ਨਿਕਲਣਾ। ਇਹ ਗੁਲਾਮੀ ਆ। 5-10% ਕਮਲੇ ਲੋਕ ਆ। ਕਿਸੇ ਦੀ ਸਿਰ ਤੋਂ ਪੱਗ ਲਾ ਦੇਣੀ ਉਹ ਮੰਨਿਆ ਜਾਂਦਾ ਬਹੁਤ ਵੱਡੀ ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕਿਸੇ ਸਿਰ ਤੇ ਪੱਗ ਰੱਖ ਦੇਣੀ ਉਹ ਇੱਜ਼ਤ ਵਾਲੀ ਗੱਲ ਹੁੰਦੀ ਆ, ਉਹ ਇੱਜ਼ਤ ਮਾਣ ਸਤਿਕਾਰ ਵਾਲੀ ਗੱਲ ਹੁੰਦੀ। ਗੱਲ ਸੋਚਦੀ ਆ। ਇਸ ਕਰਕੇ ਮੈਨੂੰ ਪਤਾ 80-85% ਜਿਹੜਾ ਆਪਣਾ ਸਮਾਜ ਆ, ਉਹਨਾਂ ਦੇ ਮੈਨੂੰ ਮੈਸੇਜ ਵੀ ਆਏ ਆ, ਭਾਜੀ ਬਈ ਮਸਲੇ ਦਾ ਹੱਲ ਕਰਾਓ। ਮੈਂ ਕਿਹਾ ਅਸੀਂ ਤਾਂ ਕੁਛ ਨਹੀਂ ਕਰ ਸਕਦੇ, ਆਪਾਂ ਤੈਨੂੰ 2-4 ਸ਼ੋਅ ਕਰ ਦਿਆਂਗੇ, ਹਨਾ। ਤੇ ਉਹ ਕਹਿੰਦੇ ਯਾਰ ਉਹ ਅਸੀਂ ਫੋਟੋ ਦੇ ਹੱਕ 'ਚ ਨਹੀਂ, ਪਰ ਜੇ ਚਾਹੀਦੀ ਸਾਨੂੰ ਦਸਤਾਰ ਵਾਲੀ ਚਾਹੀਦੀ। ਕਲੇਮ ਕਰੋ ਵੀ ਸਾਡੇ ਗੁਰੂ ਰਵਿਦਾਸ ਮਹਾਰਾਜ, ਗੁਰੂ ਕਬੀਰ ਜੀ ਮਹਾਰਾਜ ਕਲੇਮ ਕਰੋ ਸਾਡੇ ਆ, ਹਨਾ। ਵੀ ਉਹ ਕਲੇਮ ਕਰੋ ਵੀ ਭਾਈ ਸਾਹਿਬ ਦਸਤਾਰ ਇਹਨਾਂ ਨੇ ਲੈ ਕੇ ਦਿੱਤੀ, ਸਾਰਾ ਕਲੇਮ ਕਰੋ। ਨਹੀਂ ਕਲੇਮ ਤਾਂ ਮੈਂ ਵੈਸੇ ਗੱਲ ਕਰਦਾ, ਜਨਰਲੀ ਗੱਲ ਕਰਦਾ। ਕਲੇਮ ਜਿਹੜੇ ਬੰਦੇ ਨਾ ਰੌਲਾ ਪਾਉਂਦੇ ਆ ਫੋਟੋ ਦਸਤਾਰ ਵਾਲੀ, ਮੈਂ ਉਹਨਾਂ ਦੀ ਗੱਲ ਕਰਦਾ ਵੀ ਕਲੇਮ ਕਰੋ ਵੀ 35 ਦੇ 35 ਸਾਡੇ ਆ। ਤੇ ਦੂਜੀ ਗੱਲ, ਜਿਹੜੇ ਵੀਰ ਨਹੀਂ ਵੀ ਦਸਤਾਰ ਜਿਹਨੀ ਬੰਦੇ ਦੂਜੀ ਫੋਟੋ ਲਾਈਕ ਕਰਦੇ, ਉਹ ਵੀ 35 ਨੂੰ ਕਲੇਮ ਕਰਨ। ਪਰ ਉਹ ਕਹਿੰਦੇ 35 ਨਹੀਂ ਕਲੇਮ ਕਰਨੇ, ਅਸੀਂ ਕੱਲਿਆਂ ਨੂੰ ਕਲੇਮ। ਇਹਦਾ ਮਤਲਬ ਤੁਸੀਂ ਉਹ ਜਿਹੜਾ ਤੁਹਾਨੂੰ ਦੱਸ ਗਿਆ ਨਾ ਇਕੱਠੇ ਹੋਣਾ, ਉਹਨੂੰ ਕਨਸੈਪਟ ਨਹੀਂ ਤੋੜ ਰਹੇ। ਇੱਕ ਮੈਂ ਹੋਰ ਤੁਹਾਨੂੰ ਕਲੈਰਿਟੀ ਕਰਾਉਣੀ ਚਾਹੁੰਦਾ। ਹਾਂਜੀ। ਜਿਹੜੇ ਬੰਦਿਆਂ ਨੇ ਬਾਬੇ ਰਵਿਦਾਸ ਜੀ ਦੀ ਦਸਤਾਰ ਦਾ ਪੰਗਾ ਖੜਾ ਕੀਤਾ, ਰੌਲੀ ਪਾਈ ਹਨ, ਅਸਲ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨਹੀਂ। ਉਹ ਆਪਣੀ ਜਗ੍ਹਾ ਇੱਕ ਐਂਗਲ ਤੋਂ ਸਹੀ ਵੀ ਆ। ਉਹ ਕਹਿੰਦੇ ਵੀ ਸਾਡਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ। ਮੈਂ ਅੱਜ 1-2 ਵੀਡੀਓ ਵੀ ਸੁਣੀਆਂ, ਉਹਨੇ ਮੈਨੂੰ ਭੇਜੀਆਂ। ਉਹ ਕਹਿੰਦੇ ਬਈ ਤੁਸੀਂ ਚਲਾਕੀ ਕਰ ਰਹੇ ਆ। ਇੱਕ ਬੰਦੇ ਨੇ ਮੈਨੂੰ ਕਿਹਾ ਵੀ ਤੇਰੇ ਨਾਲ ਦਾ ਖਤਰਨਾਕ ਬਾਹਮਣ ਨਹੀਂ ਕੋਈ ਹੋ ਸਕਦਾ, ਵੀ ਤੂੰ ਬਾਹਮਣ ਬਣ ਕੇ ਸਾਡੇ ਰਵਿਦਾਸੀਆ ਸਮਾਜ 'ਚ ਵੜ ਕੇ ਸਾਨੂੰ ਗੁੰਮਰਾਹ ਕਰ ਰਹੇ ਆ ਤੇ ਸਾਨੂੰ ਸਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਅੱਜ ਇੱਕ ਬੰਦੇ ਦਾ ਇਹ ਕਮੈਂਟ ਆਇਆ, ਠੀਕ ਹੈ ਨਾ। ਉਹ ਬੰਦਾ ਨਾ ਬਣੇ, ਪਰ ਉਹ ਰਵਿਦਾਸ ਮਹਾਰਾਜ ਥੋੜ੍ਹਾ ਕਹਿ ਸਕਦਾ। ਇੱਕ ਬੰਦੇ ਦੀ ਵੀਡੀਓ ਇਹ ਕਹਿ ਰਹੀ ਹੈ, ਜਿਹਨੇ ਮੈਨੂੰ ਭੇਜੀ, ਉਹ ਕਹਿੰਦਾ ਬਈ ਸਾਡਾ ਗੁਰੂ ਬਿਨਾਂ ਦਸਤਾਰ ਤੋਂ ਸੀ, ਅਸੀਂ ਉਹਨੂੰ ਬਿਨਾਂ ਦਸਤਾਰ ਤੋਂ ਰੱਖਣਾ, ਸਾਡਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ, ਸਾਡਾ ਗ੍ਰੰਥ ਵੀ ਅਲੱਗ ਆ। ਮੈਂ ਕਿਹਾ ਵੀ ਚਲੋ ਠੀਕ ਆ। ਮੈਂ ਤਾਂ ਕਹਿ ਰਿਹਾ ਬਈ ਇਹ ਉਹੀ ਕੁਛ ਲੋਕ ਨੇ, ਠੀਕ ਆ, ਉਹ ਖੁਸ਼ ਰਹਿਣ,
ਸਾਡੀ ਭਾਈਚਾਰਕ ਸਾਂਝ ਸਾਰਿਆਂ ਦੇ ਨਾਲ ਆ, ਯੈਸ ਪਰ ਇਹ ਮਸਲਾ ਜਿਹੜਾ ਇਸ ਵੇਲੇ ਜ਼ਿਆਦਾ ਉਭਾਰਨਾ ਨਹੀਂ ਚਾਹੀਦਾ, ਕਿਉਂਕਿ ਆਪਣਾ ਦੂਸਰੇ ਅੰਦੋਲਨ ਦਾ ਨੁਕਸਾਨ ਹੋ ਸਕਦਾ। ਬਿਲਕੁਲ ਬਿਲਕੁਲ ਪਰ ਜਿੰਨੇ ਵੀ ਸਾਡੇ ਭਰਾ, ਹੁਣ ਤੇ ਆਪਾਂ ਕਹਿਣਾ ਵਿਰਦਾਸੀਆ ਸ਼ਬਦ ਵਰਤੀ ਜਾ ਰਹੇ ਬਾਰ-ਬਾਰ, ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਆ, ਉਹ ਸਾਰੇ ਇਹੀ ਕਹੇ ਆ, ਉਹਨਾਂ ਦੀ ਮੈਨੂੰ ਮੈਸੇਜ ਆਏ ਵੀ ਅਸੀਂ ਫੋਟੋਆਂ ਦੇ ਹੱਕ 'ਚ ਨਹੀਂ, ਵੀ ਜੇ ਫੋਟੋ ਹੋਵੇ ਤਾਂ ਗੁਰੂ ਸਾਹਿਬ ਦੀ ਪਰਸਨੈਲਿਟੀ ਦੇ ਮੁਤਾਬਕ ਹੋਵੇ, ਤੇ ਜੇ ਹੋਵੇ ਤਾਂ ਦਸਤਾਰ ਵਾਲੀ। ਇਸ ਕਰਕੇ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਆਪਣੇ ਭਰਾਵਾਂ ਨੂੰ ਵੀ ਇਹ ਮਸਲੇ ਦਾ ਹੱਲ ਕਰੋ। ਉਹ ਜਿਹੜੀਆਂ ਰਿਪੋਰਟਾਂ ਬਾਬਾ ਰਣਜੀਤ ਸਿੰਘ ਦੇ ਉੱਪਰ ਦਿੱਤੀਆਂ, ਉਹ ਬਾਜ਼ਾਰ ਵਾਪਸ ਲਵੋ। ਜਿਹੜਾ ਆਪਣਾ ਦੁਸ਼ਮਣ, ਜਿਹੜਾ ਸਾਰਿਆਂ ਦਾ ਸਾਂਝਾ ਦੁਸ਼ਮਣ, ਜੇ ਕਿਸੇ ਨੇ ਰਿਪੋਰਟ ਦਿੱਤੀ ਆ, ਸੁਣ ਲੈ ਇੱਕ ਗੱਲ ਆ, ਜੇ ਕਿਸੇ ਨੇ ਰਿਪੋਰਟ ਦਿੱਤੀ ਆ, ਭਾਈ ਸਾਹਿਬ ਭਾਈ ਕਹਿ ਦੇਣ ਵੀ ਮੈਂ ਉਹਨਾਂ ਦੀ ਕਲਪਨਾ ਦਸਤਾਰ ਨਾ ਕਰਦਾ, ਹਨਾ, ਵੀ ਮੈਂ ਤਾਂ ਦਸਤਾਰ ਵਾਲੀ ਫੋਟੋ ਬਣਾਉਂਗਾ। ਹੁਣ ਜੇ ਬੰਦਾ ਕਹਿੰਦਾ ਮੈਂ ਕਲਪਨਾ ਕਰਦਾ ਬਿਨਾਂ ਦਸਤਾਰ ਤੋਂ, ਉਹ ਬਿਨਾਂ ਤੋਂ ਕਰ ਲਵੇ। ਗੁਰੂ ਤਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਵੀ ਆ ਨਾ, ਉਹਦਾ ਸਿੱਖਾਂ ਦੇ ਵੀ 35 ਦੇ 35 ਸਿੱਖਾਂ ਦੇ ਕਲੇਮ ਕਰ ਸਕਦੇ ਆ। ਰਿਪੋਰਟ ਕੀ ਕਰੂਗੀ? ਰਿਪੋਰਟ ਕੀ ਕਰੂਗੀ? ਕਲੇਮ ਕਰੋ ਵੀ ਸਾਡੇ ਗੁਰੂ ਆ, ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਆ, ਵੀ ਸਾਡੇ ਗੁਰੂਆਂ ਨੇ ਤਾਂ ਦਸਤਾਰ ਨੇ ਸਾਡੇ ਲਈ ਲੜਾਈ ਕੀਤੀ ਆ। ਤੇ ਜੇ ਬੰਦਾ ਕਹਿੰਦਾ ਨਹੀਂ ਮੈਂ ਤਾਂ ਬਿਨਾਂ ਦਸਤਾਰ, ਉਹ ਰੱਖ ਲਵੇ ਭਾਈ ਬਿਨਾਂ ਦਸਤਾਰ। ਧੰਨਵਾਦ ਸਾਰੇ ਮੈਂ ਵੀਰਾਂ ਦਾ, ਵੀ ਬਹੁਤ ਬਹੁਤ ਧੰਨਵਾਦ ਆ। ਸਮਾਂ ਕਾਫੀ ਲੰਬਾ ਹੋ ਗਿਆ, ਵੀਡੀਓ ਲੰਬੀ ਹੋ ਜਾਂਦੀ ਹੈ, ਫਿਰ ਪਲੇ ਦੀ ਹੁੰਦੀ, ਤੇ ਮੈਂ ਤਹਿ ਦਿਲੋਂ ਧੰਨਵਾਦ ਜਿੰਨੇ ਵੀ ਮੇਰੇ ਮਿੱਤਰ, ਦੋਸਤ, ਵੀਰ, ਭੈਣਾਂ ਆਪਣੇ ਨਾਲ ਜੁੜੇ ਸੀਗੇ, ਜਿਹਦੀ ਗੱਲਬਾਤ ਆਪਣੇ ਵਿਚਾਰ ਵੀ ਲਿਖ ਕੇ ਦੇ ਸਕਦੇ ਆ। ਆਉਣ ਵਾਲੇ ਸਮੇਂ 'ਚ ਆਪਾਂ ਏਦਾਂ ਸ਼ੇਅਰ ਵੀ ਕਰਾਂਗੇ। ਆਪਾਂ ਜਿਹੜਾ ਟੀਵੀ ਸਾਡਾ ਰੇਡੀਓ ਯੂਐਸਏ ਤੇ ਵੀ ਆਪਾਂ ਕਰ ਸਕਦੇ ਆ। ਤੇ ਓਪਨ ਮਾਈਂਡ ਰਹੋ, ਐਨਾਲਿਸਿਸ ਕਰਨ ਦੇ ਲਈ ਓਪਨ ਮਾਈਂਡ ਰਹੋ, ਕਿਸੇ ਨੂੰ ਉੱਚਾ ਨੀਵਾਂ ਨਾ ਬੋਲੋ, ਹਰ ਚੀਜ਼ ਦਾ ਐਨਾਲਿਸਿਸ ਕਰੋ ਓਪਨ ਮਾਈਂਡ ਹੋ ਕੇ, ਬ੍ਰੌਡ ਮਾਈਂਡਡ ਹੋ ਕੇ ਐਨਾਲਿਸਿਸ ਕਰੋ। ਓਕੇ ਜੀ, ਵਾਹਿ ਖਾਲਸਾ ਵਾਹਿਗੁਰੂ ਜੀ, ਧੰਨਵਾਦ ਜੀ, ਵਾਹਿਗੁਰੂ ਜੀ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ। ਥੈਂਕ ਯੂ ਜੀ।